सतनाम करता पुरख निरभउ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच चक्र चिन्ह अर बरन जात अर पात निहिन जिह रूप रंग अर रेख भेख को कह न सकत किह अचल मूरत अनभव प्रकाश अमितो जिक हिजै कोट इंद्र इंद्राण साहे सहान गणिजै त्रिभुवन महीप सुर नर असुर नेत नेत बन तृण कहत तुअ सर्ब नाम कथा कवन कर्म नाम वर्णत सुमत कीता लोड़िया कम सो हर पह आखिया कारज देह सवार सतगुर सच साखिया मोक उचरै शास्त्र खट पिंग गिरम चढ़ जाय अंध लखै बदरो सुनै जो काल कृपा कराय कहा बुद्ध प्रभ तुच्छ हमारी बल न सकै महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी। सतनाम श्री वाहिगुरु साहिब जी। राग गुजरी महला पंजवा। काहे रे मन चितवह उद्यम जा आहर हर जियो भरिया सैल पत्थर मह जंतु पाए ताका रिजक आगै कर धरिया मेरे माधो जी सत संगत मिले सो तरिया गुर प्रसाद परमपद पाया सुके काष्ट हरिया रहाओ जनन पिता लोक सुत बिनता कोई न किसकी तरिया सिर सिर रिजक संबाहे ठाकुर काहे मन भो करिया ऊडै बचरे शरिया तिन कवन खिलावै कवन चुगावै मन मह सिमरन करिया सब निधान दस अष्ट सिधान ठाकुर कर तल धरिया जन नानक बल बल सद बल जाइयै तिरंत न पारा वरिया सब निधान दस अष्ट सिधान ठाकुर कर तल धरिया जन नानक बल बल सद बल जाइयै तिरंत न पारा वरिया। वाहिगुरु जी का खालसा वाहिगुरु जी की फतेह। सच्चे पातशाह भगत वत्सल सतगुरु लोक परलोक के रक्षक शब्द गुरु जुगो जुग अटल चवर छतर तख्तां दे मालक धन सतगुरु श्री गुरु ग्रंथ साहिब सच्चे पातशाह जियां दी पवित्र हजूरी अंदर जुड़ बैठी गुरु रूप साध संगत ਆਪਾਂ ਸਾਰਿਆਂ ਨੇ ਹੀ
ਜੋ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਨਿਤਨੇਮ ਸਾਹਿਬ ਦਾ ਪਾਠ ਹੋਇਆ, ਆਪਾਂ ਸਾਰਿਆਂ ਨੇ ਬੜੇ ਪ੍ਰੇਮ ਨਾਲ ਸਰਵਣ ਕੀਤਾ। ਅਤੇ ਹੁਣ ਸਮਾਂ ਹੈ ਲੜੀਵਾਰ ਕਥਾ ਵਿਚਾਰ ਦਾ, ਜੋ ਸੋਦਰ ਰਹਿਰਾਸ ਸਾਹਿਬ ਜੀ ਦੀ ਪਾਵਨ ਗੁਰਬਾਣੀ ਜੋ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਗੁਰਸਿੱਖ ਨੂੰ ਇਹ ਸ਼ਾਮ ਵੇਲੇ ਦਾ ਨਿਤਨੇਮ ਬਖਸ਼ਿਸ਼ ਕੀਤਾ, ਉਸ ਦੀ ਲੜੀਵਾਰ ਕਥਾ ਵਿਚਾਰ ਜੋ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਹੈ। ਸਾਰੀ ਹੀ ਸੰਗਤ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ ਹੈ, ਜਿਹੜੀ ਬੜੇ ਹੀ ਵਡਭਾਗੇ ਹੋ, ਕਿਉਂਕਿ ਸਤਿਗੁਰਾਂ ਨੇ ਕੱਲ੍ਹ ਵਾਲੇ ਸ਼ਬਦ ਵਿੱਚ ਇਹ ਫਰਮਾਨ ਕੀਤਾ ਸੀ ਕਿ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਕਿ ਉਹ ਸਤ ਸੰਗਤ ਧੰਨ ਧੰਨ ਹੈ, ਜਿੱਥੇ ਬੈਠ ਕਰਕੇ ਪਰਮੇਸ਼ਰ ਦੇ ਨਾਮ ਦਾ ਰਾਸ ਪ੍ਰਾਪਤ ਹੁੰਦਾ ਹੈ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲੇਖਾਸ। ਕਿ ਆਪਾਂ ਜੋ ਸਤ ਸੰਗਤ ਵਿੱਚ ਜੁੜ ਕਰਕੇ ਬੈਠੇ ਹਾਂ, ਇਹ ਆਪਾਂ ਨੂੰ ਸਤਿਗੁਰਾਂ ਨੇ ਧੁਰ ਤੋਂ ਹੀ ਆਪਣੇ ਮਸਤਕ ਤੇ ਇਹ ਲੇਖ ਲਿਖ ਕੇ ਭੇਜਿਆ ਹੈ, ਜੋ ਸਤ ਸੰਗਤ ਦੀਆਂ ਘੜੀਆਂ ਦਾ ਆਪਾਂ ਇਹ ਲਾਹਾ ਪ੍ਰਾਪਤ ਕਰ ਰਹੇ ਹਾਂ, ਵਡਭਾਗੇ ਹਾਂ। ਸੋ ਕੱਲ੍ਹ ਵਾਲੇ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਕੇਵਲ ਤਾਂ ਕੇਵਲ ਨਾਮ ਦੀ ਦਾਤ ਹੀ ਮੰਗਣ ਵਾਸਤੇ ਕਿਹਾ, ਅਤੇ ਆਪ ਵੀ ਮੰਗੀ ਵੱਡੇ ਸਤਿਗੁਰਾਂ ਤੋਂ ਕਿ ਇਹੀ ਦਾਤ ਸ੍ਰੇਸ਼ਟ ਹੈ। ਬਾਕੀ ਦਾਤਾਂ ਜੋ ਹਨ ਮੰਗਣੀਆਂ ਸਤਿਗੁਰਾਂ ਤੋਂ, ਉਹ ਦਿੰਦੇ ਹਨ, ਸਤਿਗੁਰੂ ਬਖਸ਼ਿਸ਼ ਕਰਦੇ ਹਨ, ਪਰ ਉਹਨਾਂ ਦਾ ਸੁੱਖ ਜੋ ਹੈ ਉਹ ਸਦੀਵੀ ਨਹੀਂ। ਸਤਿਗੁਰਾਂ ਨੇ ਕਿਹਾ ਜੋ ਸਦੀਵੀ ਆਨੰਦ ਹੈ ਉਹ ਉਸ ਨਾਮ ਦੇ ਪ੍ਰਗਾਸ ਦਾ, ਜਿਸ ਵਕਤ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਸੇ ਦਾ ਹੀ ਜੋ ਸੁੱਖ ਹੈ ਉਸ ਦੀ ਸਤਿਗੁਰਾਂ ਨੇ ਕਿਹਾ ਹੈ। ਸੋ ਇਸੇ ਪ੍ਰਕਾਰ ਜੋ ਅਗਲਾ ਅੱਜ ਦਾ ਸ਼ਬਦ ਆਪਾਂ ਵਿਚਾਰਨਾ ਹੈ, ਉਹ ਪੰਚਮ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦਾ ਉਹ ਪਵਿੱਤਰ ਸ਼ਬਦ ਹੈ, ਜਿਸ ਵਿੱਚ ਸਤਿਗੁਰਾਂ ਨੇ ਜੀਵ ਨੂੰ ਜੋ ਰਿਜ਼ਕ ਦੀ ਭੱਜ ਦੌੜ ਤੋਂ ਰੁਕ ਕਰਕੇ ਕੁਝ ਸਮਾਂ ਪਰਮੇਸ਼ਰ ਦੇ ਨਾਮ ਵਿੱਚ ਜੁੜਨ ਲਈ ਵੀ ਸਤਿਗੁਰਾਂ ਨੇ ਕਿਹਾ ਕਿ ਤੂੰ ਉਹ ਰਿਜ਼ਕ ਦਾ ਜੋ ਜਿਹੜਾ ਚਿੰਤਾ ਕਰਦਾ ਹੈ ਮਨ ਦੇ ਵਿੱਚ ਕਿ ਰਿਜ਼ਕ ਮੇਰਾ ਕਿੱਥੇ ਹੈ, ਕਿਸ ਪ੍ਰਕਾਰ ਮੈਨੂੰ ਰੋਜ਼ੀ ਮਿਲੇਗੀ, ਤੂੰ ਉੱਦਮ ਕਰਦਾ ਹੈ, ਉਹ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਇਸ ਸ਼ਬਦ ਦੇ ਅੰਦਰ ਅੱਜ ਜੋ ਕਿਰਪਾ ਕੀਤੀ ਹੈ ਉਹ ਸਰਵਣ ਕਰੀਏ। ਸਾਰੀ ਹੀ ਸੰਗਤ ਨਿਮਰਤਾ ਸਹਿਤ ਦੋਏ ਹੱਥ ਜੋੜ ਕੇ ਸਤਿਗੁਰਾਂ ਅੱਗੇ ਸੀਸ ਨਿਵਾਈਏ ਤੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੁਜਰੀ ਮਹੱਲਾ ਪੰਜਵਾਂ। ਰਾਗ ਗੁਜਰੀ। ਸੋ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਜਰੀ ਰਾਗ ਦੇ ਅੰਦਰ ਇਹ ਪਵਿੱਤਰ ਸ਼ਬਦ ਦੀ ਬਖਸ਼ਿਸ਼ ਕਰ ਰਹੇ ਹਨ। ਜਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਚੌਥੇ ਪਾਤਸ਼ਾਹ ਜੀਆਂ ਦੀ ਪਰਖ ਵਿੱਚ ਪੂਰੇ ਉਤਰੇ ਸਨ, ਤਾਂ ਸਤਿਗੁਰਾਂ ਨੇ ਜੋ ਗੁਰਤਾ ਗੱਦੀ ਦੀ ਦਾਤ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਬਖਸ਼ਿਸ਼ ਕਰਨਾ ਕੀਤੀ ਸੀ। ਤਾਂ ਉਸ ਸਮੇਂ ਭਾਈ ਗੁਰਦਾਸ ਜੀ ਨੂੰ ਜੋ ਸਤਿਗੁਰਾਂ ਨੇ ਪ੍ਰਚਾਰ ਵਾਸਤੇ ਆਗਰੇ ਵੱਲ ਘੱਲਿਆ ਹੋਇਆ ਸੀ, ਜਿਸ ਸਮੇਂ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਕਿ ਜੋ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਹਨ ਉਹ ਇਸ ਵਕਤ ਹੁਣ ਗੁਰਤਾ ਗੱਦੀ ਦੇ ਮਾਲਕ ਹਨ, ਗੁਰਤਾ ਗੱਦੀ ਤੇ ਸੁਭਾਇਮਾਨ ਹੋ ਚੁੱਕੇ ਹਨ, ਤਾਂ ਉਸ ਸਮੇਂ ਭਾਈ ਗੁਰਦਾਸ ਜੀ ਆਗਰੇ ਦੀ ਸੰਗਤ ਨੂੰ ਨਾਲ ਲੈ ਕਰਕੇ ਅਤੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਉੱਧਰੋਂ ਚੱਲ ਪਏ। ਜਿਸ ਸਮੇਂ ਗੋਇੰਦਵਾਲ ਸਾਹਿਬ ਪਹੁੰਚਣ ਲਈ ਜੋ ਬਿਆਸਾ ਦਾ ਦਰਿਆ ਪਾਰ ਕਰਨਾ ਸੀ, ਉਸ ਸਮੇਂ ਸ਼ਾਮ ਦਾ
ਸਮਾਂ ਹੋ ਚੁੱਕਿਆ ਸੀ ਅਤੇ ਸ਼ਾਮ ਦਾ ਸਮਾਂ ਹੋਣ ਕਰਕੇ ਦਰਿਆ ਪਾਰ ਕਰਨ ਵਾਸਤੇ ਕੋਈ ਮਲਾਹ ਉੱਥੇ ਬੇੜੀ ਨਹੀਂ ਸੀ ਪਾ ਰਿਹਾ, ਕੋਈ ਬੇੜੀ ਚਲਾ ਨਹੀਂ ਸੀ ਰਿਹਾ। ਤਾਂ ਇਸ ਪ੍ਰਕਾਰ ਭਾਈ ਗੁਰਦਾਸ ਜੀ ਹੁਣਾਂ ਨੇ ਉੱਥੇ ਇਹ ਵਿਚਾਰ ਕੀਤੀ ਕਿ ਇੱਕ ਤਾਂ ਠੰਡ ਦਾ ਸਮਾਂ ਹੈ, ਸੰਗਤ ਨੂੰ ਰਾਤ ਇੱਥੇ ਰੁਕਣ ਵਿੱਚ ਔਖ ਹੋਵੇਗੀ, ਰਹਿਣ ਦਾ ਕੋਈ ਪ੍ਰਬੰਧ ਨਹੀਂ ਹੋਣਾ, ਅਤੇ ਦੂਸਰਾ ਜੋ ਉਹਨਾਂ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਇੱਥੇ ਕਰਨਾ ਬਹੁਤ ਹੀ ਕਠਿਨ ਹੋ ਜਾਵੇਗਾ। ਤੇ ਇਸ ਪ੍ਰਕਾਰ ਭਾਈ ਗੁਰਦਾਸ ਜੀ ਨੇ ਮਨ 'ਚ ਵਿਚਾਰ ਕੀਤੀ ਕਿ ਗੁਰਬਾਣੀ ਦਾ ਫਰਮਾਨ ਹੈ, ਸੁਣਿਆ ਸਰਾ ਗੁਣਾ ਕੇ ਗਾਹ, ਅਤੇ ਇਸ ਪ੍ਰਕਾਰ ਸੁਣਿਆ ਹਾਥ ਹੋਵੇ ਅਸਗਾਹ, ਕਿ ਜੋ ਪਰਮੇਸ਼ਰ ਦਾ ਨਾਮ ਹੈ, ਪਰਮੇਸ਼ਰ ਦਾ ਜੋ ਸ਼ਬਦ ਹੈ, ਉਹ ਸੰਸਾਰ ਨੂੰ ਭਵਜਲ ਸਮੁੰਦਰ ਤੋਂ ਪਾਰ ਲਗਾਉਣ ਵਾਲਾ ਹੈ। ਤੇ ਉਹਨਾਂ ਨੇ ਇਹ ਵਿਚਾਰ ਕਰਕੇ ਅਤੇ ਸੰਗਤ ਨੂੰ ਕਿਹਾ ਕਿ ਸਾਡੇ ਪਿੱਛੇ ਪਿੱਛੇ ਤੁਰੇ ਆਓ ਅਤੇ ਇਹ ਸ਼ਬਦ ਦਾ ਗਾਇਨ ਕਰਦੇ ਆਓ। ਜਿਸ ਸਮੇਂ ਭਾਈ ਗੁਰਦਾਸ ਜੀ ਬਿਆਸਾ ਪਾਰ ਕਰਨ ਵਾਸਤੇ ਸਮੁੰਦਰ ਵਿੱਚ ਉਤਰੇ ਤਾਂ ਉਸ ਸਮੇਂ ਸੰਗਤ ਨੇ ਦੇਖਿਆ ਕਿ ਭਾਈ ਗੁਰਦਾਸ ਜੀ ਵੀ ਪਾਣੀ ਦੇ ਉੱਪਰ ਉੱਪਰ ਹੀ ਤੁਰੇ ਜਾ ਰਹੇ ਹਨ, ਪਾਣੀ ਉਹਨਾਂ ਨੂੰ ਡੋਬ ਨਹੀਂ ਰਿਹਾ। ਤਾਂ ਇਸ ਪ੍ਰਕਾਰ ਨਾਲ ਸੰਗਤ ਦੇ ਮਨ ਵਿੱਚ ਵੀ ਇਹ ਨਿਸ਼ਚਾ ਆ ਗਿਆ ਕਿ ਜੇ ਇਹ ਗੁਰਬਾਣੀ ਦਾ ਜੋ ਸ਼ਬਦ ਹੈ ਇਹ ਸਾਨੂੰ ਇਸ ਸਮੁੰਦਰ ਤੋਂ ਪਾਰ ਲਗਾਵੇਗਾ। ਤਾਂ ਇਸੇ ਪ੍ਰਕਾਰ ਸਾਰੇ ਹੀ ਸੰਗਤ ਗੁਰਬਾਣੀ ਦਾ ਸ਼ਬਦ ਗਾਇਨ ਕਰਦੇ ਹੋਏ ਉਹ ਇਸ ਦਰਿਆ ਦੇ ਵਿੱਚੋਂ ਪਾਰ ਲੰਘ ਗਈ। ਜੋ ਬੱਚਿਆਂ ਦੇ ਜੋ ਪਾਣੀ ਸੀ ਉਹ ਗੋਡਿਆਂ ਤੱਕ ਆ ਰਿਹਾ ਸੀ ਅਤੇ ਵੱਡਿਆਂ ਦੇ ਉਹ ਗਿੱਟਿਆਂ ਤੱਕ ਹੀ ਪਾਣੀ ਰਿਹਾ ਅਤੇ ਪਾਣੀ ਨੇ ਇਹਨਾਂ ਨੂੰ ਨਾ ਡੁੱਬਿਆ। ਇਸੇ ਪ੍ਰਕਾਰ ਜਿਸ ਸਮੇਂ ਭਾਈ ਗੁਰਦਾਸ ਜੀ ਸੰਗਤ ਨੂੰ ਨਾਲ ਲੈ ਕਰਕੇ ਜੋ ਸ੍ਰੀ ਗੋਇੰਦਵਾਲ ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰਨ ਪਹੁੰਚ ਗਏ, ਤਾਂ ਦਰਸ਼ਨ ਕਰਨ ਤੋਂ ਪਹਿਲਾਂ ਭਾਈ ਸਾਹਿਬ ਦੇ ਮਨ ਵਿੱਚ ਇਹ ਵਿਚਾਰ ਆਈ ਕਿ ਇਹੀ ਸੱਚੇ ਗੁਰੂ ਹਨ, ਕਿ ਇਹਨਾਂ ਨੂੰ ਹੀ ਸਤਿਗੁਰਾਂ ਨੇ ਗੁਰਤਾ ਗੱਦੀ ਬਿਠਾਇਆ ਹੈ, ਕਿਉਂ ਨਾ ਪਰਖ ਕਰਕੇ ਅਤੇ ਇਹ ਪਤਾ ਕੀਤਾ ਜਾਵੇ। ਜਿਸ ਪ੍ਰਕਾਰ ਮੱਖਣ ਸ਼ਾਹ ਲੁਬਾਣੇ ਨੇ ਇਹ ਸਤਿਗੁਰਾਂ ਦੀ ਪਰਖ ਕਰਨ ਵਾਸਤੇ ਕਿ ਕੌਣ ਸੱਚਾ ਗੁਰੂ ਹੈ, ਉਹ ਸਤਿਗੁਰਾਂ ਦੇ ਪਾਸ ਇਹ ਫੁਰਨਾ ਕੀਤਾ ਸੀ ਨਾ ਕਿ ਜੋ ਮੇਰਾ ਇਹ ਮਨ ਦਾ ਫੁਰਨਾ ਹੈ, ਜੋ ਮੇਰਾ ਬੇੜਾ ਪਾਰ ਲੱਗਿਆ ਹੈ, ਮੈਂ ਸਤਿਗੁਰਾਂ ਗਾੜੀ ਅਰਦਾਸ ਕੀਤੀ ਸੀ, ਜੇ ਇਹ ਸਤਿਗੁਰੂ ਬੁੱਝ ਲੈਣ ਤਾਂ ਮੈਂ ਸਮਝਾਂਗਾ ਕਿ ਉਹੀ ਸੱਚੇ ਗੁਰੂ ਹਨ। ਇਸੇ ਹੀ ਪ੍ਰਕਾਰ ਅੱਜ ਭਾਈ ਗੁਰਦਾਸ ਜੀ ਨੇ ਮਨ ਦੇ ਅੰਦਰ ਫੁਰਨਾ ਕੀਤਾ ਕਿ ਜੇਕਰ ਗੁਰੂ ਅਰਜਨ ਦੇਵ ਮਹਾਰਾਜ ਜੋ ਇਹ ਫੁਰਨਾ ਸਾਡੇ ਮਨ ਦਾ ਬੁੱਝ ਲੈਣ, ਜੋ ਅੱਜ ਕੌਤਕ ਗੁਰਬਾਣੀ ਦੇ ਸ਼ਬਦ ਦੇ ਨਾਲ ਹੋਇਆ ਹੈ, ਜੋ ਗੁਰਬਾਣੀ ਦੇ ਸ਼ਬਦ ਨੇ ਸੰਗਤ ਨੂੰ ਦਰਿਆ ਪਾਰ ਕਰਵਾਇਆ ਹੈ, ਜੇਕਰ ਇਹ ਕੌਤਕ ਸਤਿਗੁਰੂ ਨੂੰ ਬਿਨਾਂ ਦੱਸੇ ਹੀ ਸਤਿਗੁਰੂ ਜੇਕਰ ਬੁੱਝ ਕੇ ਤੇ ਇਹ ਦੱਸ ਦੇਣ ਸੰਗਤ ਨੂੰ, ਤਾਂ ਮੈਂ ਸਮਝਾਂਗਾ ਕਿ ਇਹੀ ਸੱਚੇ ਗੁਰੂ ਹਨ। ਇਹਨਾਂ ਨੂੰ ਹੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਦੇ ਕਰਕੇ ਗਏ ਹਨ, ਕਿਉਂਕਿ ਸਾਧ ਸੰਗਤ ਉਸ ਸਮੇਂ ਜੋ ਪ੍ਰਿਥਿਆ ਅਤੇ ਮਹਾਦੇਵ ਸੀ ਇਹ ਵੀ ਆਪਦੇ ਆਪ ਨੂੰ ਗੁਰਤਾ ਗੱਦੀ ਦੇ ਮਾਲਕ ਕਹਿ ਰਹੇ ਸਨ। ਇਸ ਪ੍ਰਕਾਰ ਭਾਈ ਸਾਹਿਬ ਨੇ ਸਤਿਗੁਰਾਂ ਦੀ ਪਰਖ ਕਰਨ ਬਾਬਤ ਮਨ ਅੰਦਰ ਵਿਚਾਰ ਕੀਤੀ। ਜਿਸ ਸਮੇਂ ਸਾਰੇ ਹੀ ਸੰਗਤ ਨੂੰ ਨਾਲ ਲੈ ਕੇ ਭਾਈ ਸਾਹਿਬ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਤਾਂ ਦਰਸ਼ਨ ਕਰਦੇ ਨਾਲ ਹੀ ਉਸੇ ਹੀ ਸਮੇਂ ਸਤਿਗੁਰਾਂ ਨੇ ਭਾਈ ਸਾਹਿਬ ਨੂੰ ਇਹ ਬਚਨ ਕਹਿਣਾ ਕੀਤੇ ਕਿ ਭਾਈ ਸਾਹਿਬ ਜੀ ਆਪ ਧੰਨ ਹੋ, ਜੋ ਸਾਰੀ ਹੀ ਸੰਗਤ ਨੂੰ ਦਰਿਆ ਦੇ ਵਿੱਚੋਂ ਸ਼ਬਦ ਦੀ ਟੇਕ ਦੇ ਨਾਲ ਪਾਰ ਕਰਕੇ ਲਿਆਏ ਹੋ। ਇਸ ਪ੍ਰਕਾਰ ਤੁਸੀਂ ਸਾਰੀ ਹੀ ਸੰਗਤ ਨੂੰ ਸਤਿਗੁਰਾਂ ਦੇ ਸ਼ਬਦ ਦੇ ਉੱਪਰ ਦ੍ਰਿੜ ਨਿਸ਼ਚਾ ਕਰਵਾਇਆ ਹੈ ਕਿ ਜੋ ਸਤਿਗੁਰਾਂ ਦਾ ਗੁਰਬਾਣੀ ਦਾ ਜੋ ਸ਼ਬਦ ਹੈ ਉਹ ਜੀਵਾਂ ਨੂੰ ਲੋਕ ਅਤੇ ਪ੍ਰਲੋਕ ਵਿੱਚ ਵੀ ਸੰਸਾਰ ਜੋ ਅਗਨੀ ਦਾ ਸਮੁੰਦਰ ਹੈ, ਭਵਜਲ ਸਮੁੰਦਰ ਹੈ, ਉੱਥੋਂ ਵੀ ਪਾਰ ਲਗਾਉਂਦਾ ਹੈ। ਇਸ ਪ੍ਰਕਾਰ ਨਾਲ ਤੁਸੀਂ ਧੰਨ ਹੋ। ਤਾਂ ਉਸ ਸਮੇਂ ਭਾਈ ਗੁਰਦਾਸ ਜੀ ਨੂੰ ਇਹ ਨਿਸ਼ਚਾ ਆ ਗਿਆ ਕਿ ਇਹੀ ਪੂਰਨ ਗੁਰੂ ਹਨ, ਇਹੀ ਸੱਚੇ ਗੁਰੂ ਹਨ। ਤਾਂ ਦਰਸ਼ਨ ਕਰਨ ਤੋਂ ਬਾਅਦ ਸਾਰੀ ਹੀ ਸੰਗਤ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਚਲੀ ਗਈ ਅਤੇ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਵੀ ਨਾਲ ਹੀ ਲੰਗਰ ਛਕਣ ਬੈਠ ਗਏ ਪੰਗਤ ਦੇ ਅੰਦਰ। ਤਾਂ ਸਾਰੀ ਹੀ ਸੰਗਤ ਨੇ ਜੋ ਦੋ ਪ੍ਰਸ਼ਾਦੇ ਮਿੱਸੇ ਪ੍ਰਸ਼ਾਦੇ ਮਿਲੇ ਉਹ ਸਾਰੀ ਹੀ ਸੰਗਤ ਨੇ ਛਕੇ। ਪਰ ਭਾਈ ਗੁਰਦਾਸ ਜੀ ਦੇ ਮਨ ਵਿੱਚ ਇਹ ਵਿਚਾਰ ਆਈ ਕਿ ਇੱਕ ਤਾਂ ਮੈਂ ਵੱਡੇ ਸਤਿਗੁਰਾਂ ਦਾ ਮੁਖੀ ਸੇਵਕ ਹਾਂ ਅਤੇ ਦੂਸਰਾ
ਭਾਈ ਸਾਹਿਬ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ ਕਿ ਇੱਕ ਤਾਂ ਮੈਂ ਵੱਡੇ ਸਤਿਗੁਰਾਂ ਦਾ ਮੁਖੀ ਸਿੱਖ ਹਾਂ ਅਤੇ ਦੂਸਰਾ ਮੈਂ ਤੁਹਾਡਾ ਰਿਸ਼ਤੇ ਵਿੱਚ ਮਾਮਾ ਲੱਗਦਾ ਹਾਂ ਅਤੇ ਤੀਸਰਾ ਮੈਂ ਆਗਰੇ ਤੋਂ ਸੰਗਤ ਨੂੰ ਨਾਲ ਲੈ ਕਰਕੇ ਆਇਆ ਹਾਂ। ਸੋ ਇਸ ਪ੍ਰਕਾਰ ਜੇਕਰ ਮੇਰੀ ਹੀ ਪ੍ਰਾਹੁਣਚਾਰੀ ਇਸ ਪ੍ਰਕਾਰ ਦੀ ਹੋਈ ਹੈ, ਮਿੱਸੇ ਪ੍ਰਸ਼ਾਦੇ ਛਕਣੇ ਪਏ ਹਨ, ਤਾਂ ਜੋ ਆਮ ਸੰਗਤ ਆਉਂਦੀ ਹੈ ਤੁਸੀਂ ਉਹਨਾਂ ਦੀ ਕੀ ਸੇਵਾ ਕਰਦੇ ਹੋਵੋਗੇ। ਸਤਿਗੁਰਾਂ ਨੇ ਬਚਨ ਕੀਤੇ ਕਿ ਭਾਈ ਸਾਹਿਬ ਜੀ, ਜੋ ਵੀ ਕਿਸੇ ਦੀ ਪ੍ਰਾਲੰਧ 'ਚ ਲਿਖਿਆ ਸੀ, ਜੋ ਪਰਮੇਸ਼ਰ ਨੇ ਰਿਜ਼ਕ ਜਿਸ ਦਾ ਲਿਖਿਆ ਸੀ, ਜਿਹੋ ਜਿਹਾ ਲਿਖਿਆ ਸੀ ਉਹੋ ਜਿਹਾ ਰਿਜ਼ਕ ਉਸ ਨੂੰ ਪ੍ਰਾਪਤ ਹੋਇਆ ਹੈ। ਤਾਂ ਇਸ ਪ੍ਰਕਾਰ ਇਸ ਤੋਂ ਉਪਰੰਤ ਭਾਈ ਸਾਹਿਬ ਨੇ ਜੋ ਇਹੀ ਬੇਨਤੀ ਜੋ ਉਹਨਾਂ ਦੇ ਭੈਣ ਜੀ ਬੀਬੀ ਭਾਨੀ ਜੀ ਸਨ, ਉਹਨਾਂ ਪਾਸ ਬੇਨਤੀ ਕੀਤੀ ਜੋ ਲੰਗਰ ਦਾ ਪ੍ਰਬੰਧ ਚਲਾ ਰਹੇ ਸਨ ਉਸ ਵਕਤ। ਤਾਂ ਉਹਨਾਂ ਨੇ ਇਹ ਕਿਹਾ ਕਿ ਜੋ ਪ੍ਰਿਥੀਆ ਅਤੇ ਮਹਾਦੇਵ ਹਨ, ਇਹ ਜੋ ਸਾਰੀ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ, ਸਾਰੀ ਸੰਗਤ ਦੀ ਜਿਹੜੀ ਭੇਟਾ ਹੈ ਉਹ ਇਕੱਠੀ ਕਰਕੇ ਆਪਣੇ ਕੋਲ ਲੈ ਜਾਂਦੇ ਹਨ ਅਤੇ ਜੋ ਸੰਗਤ ਹੈ ਉਹ ਲੰਗਰ ਪ੍ਰਸ਼ਾਦਾ ਇੱਥੋਂ ਆਣ ਕਰਕੇ ਛਕਦੀ ਹੈ। ਇਸ ਪ੍ਰਕਾਰ ਇਸ ਕਾਰਨ ਕਰਕੇ ਜੋ ਲੰਗਰ ਦਾ ਪ੍ਰਬੰਧ ਚਲਾਉਣਾ ਬਹੁਤ ਕਠਿਨ ਹੋਇਆ ਪਿਆ ਹੈ। ਇਸੇ ਪ੍ਰਕਾਰ ਨਾਲ ਭਾਈ ਗੁਰਦਾਸ ਜੀ ਦੇ ਮਨ ਵਿੱਚ ਇਹ ਵਿਚਾਰ ਆਈ ਕਿ ਸਾਨੂੰ ਹੀ ਉਦਮ ਕਰਨਾ ਪਵੇਗਾ, ਕਿਉਂਕਿ ਜੋ ਸਤਿਗੁਰੂ ਹਨ ਉਹ ਤਾਂ ਬੇਪਰਵਾਹ ਹਨ। ਇਸ ਪ੍ਰਕਾਰ ਨਾਲ ਭਾਈ ਗੁਰਦਾਸ ਜੀ ਨੇ ਮੁਖੀ ਸਿੱਖਾਂ ਨੂੰ ਨਾਲ ਲੈ ਕਰਕੇ ਵਿਚਾਰ ਕਰਕੇ ਅਤੇ ਜੋ ਗੁਰਦੁਆਰਾ ਪਿਪਲੀ ਸਾਹਿਬ ਹੈ, ਜਿੱਥੇ ਪੰਚਮ ਪਾਤਸ਼ਾਹ ਦਾ ਇਤਿਹਾਸਕ ਸਥਾਨ ਬਣਿਆ ਹੋਇਆ ਹੈ, ਉੱਥੇ ਜਾ ਕਰਕੇ ਭਾਈ ਸਾਹਿਬ ਸਾਰੇ ਮੁਖੀ ਸਿੱਖਾਂ ਨੂੰ ਨਾਲ ਲੈ ਕਰਕੇ ਉੱਥੇ ਚਲੇ ਗਏ ਅਤੇ ਇਸ ਪ੍ਰਕਾਰ ਜੋ ਵੀ ਸੰਗਤ ਦਰਸ਼ਨਾਂ ਨੂੰ ਆਉਂਦੀ ਸੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ, ਸੋ ਮਹਾਦੇਵ ਅਤੇ ਪ੍ਰਿਥੀਏ ਤੋਂ ਪਹਿਲਾਂ ਹੀ ਭਾਈ ਗੁਰਦਾਸ ਜੀ ਉਹਨਾਂ ਨੂੰ ਇਹ ਦੱਸ ਦਿਆ ਕਰਦੇ ਸਨ, ਇਹ ਸਮਝਾ ਦਿਆ ਕਰਦੇ ਸਨ ਕਿ ਜੋ ਗੁਰੂ ਹਨ ਉਹ ਗੁਰੂ ਅਰਜਨ ਦੇਵ ਮਹਾਰਾਜ ਹਨ। ਅਤੇ ਇਸ ਪ੍ਰਕਾਰ ਨਾਲ ਜੋ ਕਾਰ ਭੇਟਾ ਸੀ ਸੰਗਤਾਂ ਦੀ ਉਹ ਭਾਈ ਗੁਰਦਾਸ ਜੀ ਲਿਆ ਕਰਕੇ ਅਤੇ ਲੰਗਰਾਂ ਵਿੱਚ ਪਾਉਣ ਲੱਗ ਪਏ ਤੇ ਲੰਗਰ ਦਾ ਪ੍ਰਬੰਧ ਜੋ ਸੀ ਉਹ ਸੁਚੱਜਾ ਹੋ ਕੇ ਚੱਲ ਪਿਆ। ਸੋ ਸਾਧ ਸੰਗਤ, ਜੋ ਇਹ ਪਵਿੱਤਰ ਸ਼ਬਦ ਹੈ, ਇਹ ਸਤਿਗੁਰਾਂ ਨੇ ਜਿਸ ਸਮੇਂ ਸਤਿਗੁਰਾਂ ਨੂੰ ਪਤਾ ਲੱਗਿਆ ਕਿ ਭਾਈ ਗੁਰਦਾਸ ਜੀ ਇਸ ਪ੍ਰਕਾਰ ਜੋ ਕਾਰ ਭੇਟਾ ਲੈ ਕੇ ਆ ਰਹੇ ਹਨ, ਉਸ ਸਮੇਂ ਸਤਿਗੁਰਾਂ ਨੇ ਇਹ ਸ਼ਬਦ ਭਾਈ ਗੁਰਦਾਸ ਜੀ ਦੀ ਬਾਬਤ ਉਚਾਰਨ ਕੀਤਾ, ਅਥਵਾ ਜੋ ਇਹ ਸ਼ਬਦ ਹੈ ਇਸ ਸ਼ਬਦ ਦੇ ਨਾਲ ਸਤਿਗੁਰੂ ਸਿੱਖਾਂ ਨੂੰ ਵੀ ਉਪਦੇਸ਼ ਕਰਦੇ ਹਨ। ਉਹ ਕੀ ਉਪਦੇਸ਼ ਕਰ ਰਹੇ ਹਨ, ਸਰਵਣ ਕਰੀਏ ਜੀ। ਰਾਗ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵਹਿ ਉਦਮ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਭਾਈ ਗੁਰਦਾਸ ਜੀ ਨੂੰ ਇਹ ਬਚਨ ਕਿਹਾ ਕਿ ਕਾਹੇ ਰੇ ਮਨ ਚਿਤਵਹਿ ਉਦਮ, ਕਿ ਹੇ ਭਾਈ ਗੁਰਦਾਸ ਜੀ ਕਿ ਤੁਸੀਂ ਇਹ ਉਦਮ ਕਰਨ ਦਾ ਚਿਤਵਨੀ ਜਿਹੜੀ ਹੈ, ਉਦਮ ਕਰਨ ਦੀ ਇਹ ਮਨ ਵਿੱਚ ਤੁਸੀਂ ਕਿਉਂ ਕੀਤੀ ਹੈ, ਤੁਸੀਂ ਇਹ ਕਿਉਂ ਚਿਤਵਿਆ ਹੈ ਕਿ ਸਾਨੂੰ ਉਦਮ ਕਰਕੇ ਜੋ ਕਾਰ ਭੇਟਾ ਲਿਆਉਣੀ ਚਾਹੀਦੀ ਹੈ, ਜੋ ਮਹਾਦੇਵ ਅਤੇ ਪ੍ਰਿਥੀ ਨੂੰ ਨਾ ਮਿਲੇ, ਇਹ ਤੁਸੀਂ ਕਿਉਂ ਆਪਦੇ ਮਨ ਵਿੱਚ ਵਿਚਾਰ ਕੀਤੀ ਹੈ। ਜਾ ਆਹਰ ਹਰ ਜੀਉ ਭਰਿਆ। ਜਾ ਆਹਰ, ਆਹਰ ਭਾਵ ਰਿਜ਼ਕ, ਜਾਂ ਆਹਰ ਹਰ ਜੀਉ ਭਰਿਆ, ਕਿਉਂਕਿ ਮਾਫ ਕਰਨਾ, ਆਹਰ ਜੋ ਇਸ ਪ੍ਰਬੰਧ ਵਿੱਚ ਪਰਮੇਸ਼ਰ ਆਪ ਲੱਗਿਆ ਹੋਇਆ ਹੈ। ਤੁਸੀਂ ਕਿਉਂ ਇਹ ਉਦਮ ਮਨ ਵਿੱਚ ਚਿਤਵਿਆ ਹੈ? ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਜੋ ਇਸ ਆਹਰ ਦੇ ਵਿੱਚ ਇਹ ਜੋ ਰਿਜ਼ਕ ਦੇਣ ਵਾਲਾ ਆਹਰ ਹੈ, ਉਦਮ ਹੈ, ਇਸ ਵਿੱਚ ਤਾਂ ਹਰ ਜੀ ਭਾਵ ਪਰਮੇਸ਼ਰ, ਜਿਸ ਪ੍ਰਕਾਰ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਉ ਪ੍ਰਤਪਾਲਕ ਭਾਵ ਸਤਿਕਾਰ ਨਾਲ ਜੋ ਹਰੀ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਉਹ ਜੀਉ ਸਤਿਕਾਰਯੋਗ ਪਰਮੇਸ਼ਰ ਹੈ, ਭਰਿਆ ਉਹ ਇਸ ਕਾਰਜ ਵਿੱਚ ਲੱਗਾ ਹੋਇਆ ਹੈ। ਸਾਰੇ ਜੀਆਂ ਨੂੰ ਰਿਜ਼ਕ ਦੇਣ ਦੇ ਅੰਦਰ ਉਹ ਪਰਮੇਸ਼ਰ ਆਪ ਲੱਗਾ ਹੋਇਆ ਹੈ। ਤੁਸੀਂ ਕਿਉਂ ਇਸ ਪ੍ਰਕਾਰ ਨਾਲ ਉਦਮ ਆਪਦੇ ਮਨ ਵਿੱਚ ਚਿਤਵਿਆ ਹੈ? ਸੈਲ ਪੱਥਰ ਮਹਿ ਜੰਤੀ ਉਪਾਏ। ਸੈਲ ਤੋਂ ਭਾਵ ਸਾਧ ਸੰਗਤ ਜੋ ਸਿੱਲੇ ਪੱਥਰ ਹੁੰਦੇ ਹਨ, ਅਤੇ ਪੱਥਰਾਂ ਤੋਂ ਭਾਵ ਜੋ ਸੁੱਕੇ ਤਰ ਪੱਥਰ ਹੁੰਦੇ ਹਨ। ਮਹਿ ਤੋਂ ਭਾਵ ਪਹਾੜ, ਜੰਤ ਉਪਾਏ ਜੋ ਸਿੱਲੇ ਪੱਥਰਾਂ ਦੇ ਅੰਦਰ ਅਤੇ ਜੋ ਤਰ ਪੱਥਰਾਂ ਦੇ ਅੰਦਰ ਅਤੇ ਪਹਾੜਾਂ ਦੇ ਅੰਦਰ ਜੋ ਪਰਮੇਸ਼ਰ ਨੇ ਜੀਵ ਪੈਦਾ ਕਰਨਾ ਕੀਤੇ ਹਨ। ਤਾਕਾ ਰਿਜਕ ਆਗੈ ਕਰ ਧਰਿਆ। ਤਾਕਾ ਭਾਵ ਉਹਨਾਂ ਦਾ
ਜਿਨ੍ਹਾਂ ਨੂੰ ਸਤਿਗੁਰਾਂ ਨੇ ਪੱਥਰਾਂ ਦੇ ਅੰਦਰ, ਪਹਾੜਾਂ ਦੇ ਅੰਦਰ ਪੈਦਾ ਕਰਨਾ ਕੀਤਾ ਹੈ, ਤਾ ਕਾ ਰਿਜ਼ਕ ਆਗੇ ਕਰ ਧਰਿਆ। ਪਰਮੇਸ਼ਰ ਨੇ ਉਹਨਾਂ ਦਾ ਜਿਹੜਾ ਰਿਜ਼ਕ ਹੈ, ਉਹਨਾਂ ਦੀ ਜੋ ਰੋਜੀ ਹੈ, ਉਹ ਉਹਨਾਂ ਦੇ ਅੱਗੇ ਲਿਆ ਕੇ ਧਰੀ ਹੋਈ ਹੈ। ਇਸ ਪ੍ਰਕਾਰ ਜਿਵੇਂ ਪੱਥਰਾਂ ਦੇ ਅੰਦਰ ਪਾਖਣ ਕੀਟ ਗੁਪਤ ਹੋਏ ਰਹਤਾ, ਤਾ ਚੋ ਮਾਰਗ ਨਾਹੀ, ਕਿ ਜੋ ਪੱਥਰਾਂ ਦੇ ਅੰਦਰ ਜਿਹੜੇ ਜੀਵ ਗੁਪਤ ਹੋ ਕਰਕੇ ਉੱਥੇ ਵਸ ਰਹੇ ਹਨ, ਸਤਿਗੁਰਾਂ ਨੇ ਉੱਥੇ ਪੈਦਾ ਕੀਤੇ ਹਨ, ਤਾ ਚੋ ਮਾਰਗ ਨਾਹੀ, ਨਾ ਅੰਦਰ ਜਾਣ ਦਾ ਤੇ ਨਾ ਬਾਹਰ ਆਉਣ ਦਾ ਉੱਥੇ ਕੋਈ ਰਸਤਾ ਹੈ ਜਿਸ ਦੁਆਰਾ ਉਹਨਾਂ ਤੱਕ ਕੋਈ ਰਿਜ਼ਕ ਅਪਣਾਇਆ ਜਾਵੇ। ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ, ਕਿ ਐਸਾ ਉਹ ਪੂਰਨ ਪਰਮੇਸ਼ਰ ਹੈ ਕਿ ਉਸ ਨੇ ਜਿੱਥੇ ਰਾਸਤਾ ਵੀ ਨਹੀਂ ਪੱਥਰਾਂ ਦੇ ਅੰਦਰ, ਉੱਥੇ ਵੀ ਜੀਵਾਂ ਲਈ ਰਿਜ਼ਕ ਜੋ ਹੈ ਪਰਮੇਸ਼ਰ ਨੇ ਪੈਦਾ ਕਰਕੇ ਆਗੇ ਕਰ ਧਰਿਆ, ਉਹਨਾਂ ਦੇ ਅੱਗੇ ਕਰਕੇ ਰੱਖਿਆ ਹੋਇਆ ਹੈ। ਹੇ ਭਾਈ ਗੁਰਦਾਸ ਜੀ, ਤੁਸੀਂ ਕਿਉਂ ਐਸਾ ਉਦਮ ਆਪਦੇ ਮਨ ਵਿੱਚ ਚਿਤਵਿਆ ਹੈ? ਉਹ ਪਰਮੇਸ਼ਰ ਜੋ ਇਸ ਕਾਰਜ ਵਿੱਚ ਲੱਗਾ ਹੋਇਆ ਹੈ। ਇਸੇ ਪ੍ਰਕਾਰ ਫਿਰ ਦੁਬਾਰਾ ਸ਼ਬਦ ਪੜ੍ਹ ਦਿਓ ਸਾਰਾ। ਕਾਹੇ ਕਾਹੇ ਰੇ ਮਨ ਚਿਤਵਹਿ ਉਦਮ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਿੱਖਾਂ ਨੂੰ ਵੀ ਇਹ ਉਪਦੇਸ਼ ਕਰਦੇ ਹਨ, ਕਿਉਂਕਿ ਜਿਸ ਸਮੇਂ ਸਾਧ ਸੰਗਤ ਆਪਾਂ ਸਤਿਗੁਰਾਂ ਦਾ ਸਿਮਰਨ ਕਰਨ ਬੈਠਦੇ ਹਾਂ, ਸਤਿਗੁਰਾਂ ਦਾ ਗੁਰਬਾਣੀ ਦਾ ਪਵਿੱਤਰ ਪਾਠ ਕਰਦੇ ਹਾਂ, ਤਾਂ ਉਸ ਸਮੇਂ ਜੋ ਇਹ ਜੀਵ ਹੈ, ਜੀਵ ਦੇ ਮਨ ਵਿੱਚ ਕਈ ਪ੍ਰਕਾਰ ਦੇ ਜੋ ਫੁਰਨੇ ਆਉਣ ਲੱਗ ਪੈਂਦੇ ਹਨ ਕਿ ਮੇਰਾ ਫਲਾਣਾ ਕਾਰਜ ਰਹਿ ਗਿਆ, ਫਲਾਣਾ ਮੈਂ ਉਦਮ ਕਰਨਾ ਸੀ, ਜਿਸ ਨਾਲ ਜੋ ਰੋਜੀ ਦਾ ਪ੍ਰਬੰਧ ਹੋਣਾ ਸੀ ਮੇਰੇ ਪਰਿਵਾਰ ਦਾ, ਉਹ ਕਾਰਜ ਰਹਿ ਗਿਆ, ਉਹ ਹੁਣ ਮੈਂ ਪਾਠ ਕਰਕੇ ਕਰਾਂਗਾ, ਜਾਂ ਉਹ ਮੈਂ ਕਰ ਲਵਾਂ ਫਿਰ ਮੈਂ ਪਾਠ ਕਰੂੰਗਾ। ਇਸ ਪ੍ਰਕਾਰ ਨਾਲ ਜੋ ਮਨ ਦੇ ਅੰਦਰ ਚਿਤਮਣੀਆਂ ਉੱਠਦੀਆਂ ਹਨ ਗੁਰਬਾਣੀ ਪੜ੍ਹਨ ਲੱਗੇ, ਉਸ ਨੂੰ ਰੋਕਣ ਲਈ ਸਤਿਗੁਰਾਂ ਨੇ ਬਚਨ ਫਰਮਾਇਆ ਕਿ ਕਾਹੇ ਰੇ ਮਨ ਚਿਤਵਹਿ ਉਦਮ, ਕਿ ਤੂੰ ਕਿਉਂ ਇਹ ਆਪਦੇ ਮਨ ਵਿੱਚ ਚਿਤਵਦਾ ਹੈ ਉਦਮ ਕਰਨ ਵਾਸਤੇ, ਕਿਉਂਕਿ ਤੂੰ ਹੁਣ ਸਾਰਾ ਦਿਨ ਜੋ ਕੰਮ ਕੀਤਾ, ਸਾਰਾ ਦਿਨ ਦੁਨੀਆ ਦੇ ਕੰਮ, ਆਪਦੀ ਰੋਜੀ ਖਾਤਰ ਤੂੰ ਕੰਮ ਕੀਤਾ, ਪਰ ਹੁਣ ਤੂੰ ਫਿਰ ਜੇ ਸਾਰੇ ਦਿਨ ਵਿੱਚ ਆਪਦੇ ਕੰਮ ਨਹੀਂ ਪੂਰੇ ਕਰ ਸਕਿਆ, ਤਾਂ ਹੁਣ ਤੂੰ ਸੋਚ ਕੇ ਆ ਝਟ ਪਲ ਦੇ ਵਿੱਚ ਕਿਸ ਤਰੀਕੇ ਨਾਲ ਪੂਰੇ ਕਰ ਲਵੇਂਗਾ ਤੂੰ ਆਪਦੇ ਕੰਮ। ਇਸ ਪ੍ਰਕਾਰ ਨਾਲ ਜੋ ਹੁਣ ਤੱਕ ਤੂੰ ਸਾਰੀ ਜ਼ਿੰਦਗੀ ਕੰਮ ਹੀ ਕੀਤਾ ਹੈ, ਜੇ ਹਜੇ ਤੱਕ ਤੇਰੇ ਕੰਮ ਨਹੀਂ ਮੁੱਕੇ, ਤਾਂ ਹੁਣ ਆ ਚੰਦ ਪਲਾਂ ਦੇ ਵਿੱਚ ਤੂੰ ਸੋਚ ਕੇ ਤੇ ਉਹ ਕਿਵੇਂ ਪੂਰੇ ਕਰ ਲਵੇਂਗਾ। ਸਤਿਗੁਰੂ ਫਰਮਾਉਂਦੇ ਹਨ, ਕਾਹੇ ਰੇ ਮਨ ਚਿਤਵਹਿ ਉਦਮ, ਤੂੰ ਇਹ ਰੋਜੀ ਦਾ ਜੋ ਉਦਮ ਕਰਨ ਵਾਸਤੇ ਤੂੰ ਇਹ ਮਨ ਵਿੱਚ ਚਿਤਵਣੀਆਂ ਕਰਦਾ ਹੈ ਗੁਰਬਾਣੀ ਪੜ੍ਹਨ ਲੱਗੇ, ਇਹ ਤੂੰ ਕਿਉਂ ਕਰਦਾ ਹੈ? ਜਾ ਆਹਰ ਹਰ ਜੀਉ ਭਰਿਆ। ਜਾ ਆਹਰ ਹਰ ਜੀਉ ਭਰਿਆ, ਕਿਉਂਕਿ ਇਸੇ ਆਹਰ ਦੇ ਵਿੱਚ ਜੀਵਾਂ ਨੂੰ ਰਿਜ਼ਕ ਦੇਣ ਦੇ ਆਹਰ ਦੇ ਵਿੱਚ, ਕੰਮ ਦੇ ਵਿੱਚ ਉਹ ਪਰਮੇਸ਼ਰ ਆਪ ਲੱਗਾ ਹੋਇਆ ਹੈ। ਤੂੰ ਕਿਉਂ ਇਸ ਕਾਰਜ ਦਾ ਫਿਕਰ ਕਰਦਾ ਹੈ? ਤੂੰ ਕਿਉਂ ਮਨ ਵਿੱਚ ਚਿਤਵਣੀਆਂ ਕਰਦਾ ਹੈ? ਸੈਲ ਪੱਥਰ ਮਹਿ ਜੰਤਿਉ ਪਾਏ। ਸੈਲ ਤੋਂ ਭਾਵ ਪਹਾੜ, ਪੱਥਰਾਂ ਤੋਂ ਭਾਵ ਜਿਹੜੇ ਪਹਾੜਾਂ ਦੇ ਪੱਥਰ, ਮਹਿ ਭਾਵ ਵਿੱਚ, ਜਿਹੜੇ ਪਹਾੜਾਂ ਦੇ ਪੱਥਰਾਂ ਦੇ ਅੰਦਰ ਜੰਤ ਉਪਾਏ, ਜਿਹੜੇ ਇਹ ਪਰਮੇਸ਼ਰ ਤੁਸੀਂ ਜੀਵ ਉਪਾਏ ਹਨ। ਇਹ ਜੀਵ ਜੋ ਪਰਮੇਸ਼ਰ ਨੇ ਇਹ ਜੰਤ ਪਹਾੜਾਂ ਦੇ ਪੱਥਰਾਂ ਦੇ ਅੰਦਰ ਪੈਦਾ ਕੀਤੇ ਹਨ। ਤਾਕਾ ਰਿਜਕ ਅਗੇ ਕਰ ਧਰਿਆ। ਤਾਕਾ ਉਹਨਾਂ ਜਨਤਾਂ ਦਾ, ਉਹਨਾਂ ਜੀਵਾਂ ਦਾ ਰਿਜ਼ਕ ਪਰਮੇਸ਼ਰ ਨੇ ਅੱਗੇ ਲਿਜਾ ਕੇ ਉਹਨਾਂ ਦੇ ਰੱਖਿਆ ਹੈ, ਤੇ ਤੇਰਾ ਕਿਉਂ ਨਾ ਰਿਜ਼ਕ ਤੈਨੂੰ ਦੇਵੇਗਾ। ਇਸ ਪ੍ਰਕਾਰ ਇੱਕ ਸਮੇਂ ਜੋ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਸਨ, ਉਹ ਸਿੰਘਾਂ ਦੇ ਜਥੇ ਸਮੇਤ ਕਿਤੇ ਜਾ ਰਹੇ ਸਨ, ਤੇ ਰਾਸਤੇ ਅੰਦਰ ਜੋ ਮਜ਼ਦੂਰ ਇੱਕ ਥਾਂ ਇਕੱਠੇ ਹੋ ਕਰਕੇ ਝੁੰਡ ਵਿੱਚ ਖੜੇ ਸਨ, ਤੇ ਸੰਤਾਂ ਨੇ ਰੁਕ ਕਰਕੇ ਉਹਨਾਂ ਨੂੰ ਪੁੱਛਿਆ ਕਿ ਭਾਈ ਕੀ ਗੱਲ ਹੋ ਗਈ ਹੈ। ਤਾਂ ਉਸ ਸਮੇਂ ਮਜ਼ਦੂਰਾਂ ਨੇ ਆਖਿਆ ਕਿ ਅਸੀਂ ਇਹ ਪੱਥਰ ਤੋੜ ਰਹੇ ਸਾਂ, ਤਾਂ ਇਸ ਦੇ ਵਿੱਚੋਂ ਇਹ ਜੋ ਜੀਵ ਕੀੜਾ ਨਿਕਲਿਆ ਹੈ, ਇਹ ਇਸ ਪ੍ਰਕਾਰ ਜਿਉਂਦਾ ਨਿਕਲਿਆ ਹੈ ਵਿੱਚੋਂ, ਤਾਂ ਅਸੀਂ ਵਿਚਾਰ ਕਰ ਰਹੇ ਹਾਂ ਵੀ ਇਹ ਪੱਥਰ ਦੇ ਅੰਦਰ ਜਿੱਥੇ ਆਉਣ ਜਾਣ ਦਾ ਰਾਹ ਨਹੀਂ, ਇਹ ਵਿੱਚੇ ਹੀ ਜੰਮਿਆ, ਤੇ ਇਹ ਕਿਵੇਂ ਜਿਉਂਦਾ ਹੈ ਇਸ ਪੱਥਰ ਦੇ ਅੰਦਰ। ਤਾਂ ਉਸ ਸਮੇਂ ਸੰਤ ਜੀ ਨੇ ਆਪਣੇ ਨਾਲ ਦੇ ਸਿੰਘਾਂ ਨੂੰ ਵੀ ਕਿਹਾ ਕਿ ਸਿੰਘੋ, ਅੱਜ ਪ੍ਰਤੱਖ ਦੇਖ ਲਵੋ ਜੋ ਆਪਾਂ ਗੁਰਬਾਣੀ ਅੰਦਰ ਪੜ੍ਹਦੇ ਹਾਂ ਕਿ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾ ਰਿਜ਼ਕ ਆਗੇ ਕਰ ਧਰਿਆ, ਕਿ ਅੱਜ ਪ੍ਰਤੱਖ ਦੇਖ ਲਵੋ ਕਿ ਉਸ ਪਰਮੇਸ਼ਰ ਨੇ ਇਹ ਜੋ ਜੀਵ ਪੈਦਾ ਕੀਤੇ ਪੱਥਰਾਂ ਦੇ ਅੰਦਰ, ਉਹਨਾਂ ਨੂੰ ਵੀ ਉੱਥੇ ਜਿਉਂਦਾ ਰੱਖਣ ਵਾਸਤੇ ਸਤ ਪਰਮੇਸ਼ਰ ਨੇ ਜੋ ਰਿਜ਼ਕ ਉਹਨਾਂ ਨੂੰ ਵੀ ਅਪਣਾ ਦਿੱਤਾ ਹੈ। ਇਸ ਕਰਕੇ ਤੂੰ ਕਿਉਂ ਆਪਦੇ ਮਨ ਦੇ ਅੰਦਰ ਇਹ ਚਿਤਵ ਰਿਹਾ ਹੈ? ਇਹ ਤੂੰ ਚਿੰਤਾ ਕਿਉਂ ਲਾਈ ਹੋਈ ਹੈ ਮਨ 'ਚ ਕਿ ਮੈਨੂੰ ਪਰਮੇਸ਼ਰ ਰੋਜ਼ੀ ਨਹੀਂ ਦੇ ਰਿਹਾ, ਅਸੀਂ ਬੇਰੁਜ਼ਗਾਰ ਹਾਂ? ਪਰਮੇਸ਼ਰ ਨੇ ਸਾਰਿਆਂ ਦਾ ਹੀ ਰੋਜ਼ਗਾਰ ਦਾ ਪ੍ਰਬੰਧ ਕੀਤਾ ਹੈ। ਜਿਸ ਪ੍ਰਕਾਰ
ਜੋ ਪਰਮੇਸ਼ਰ ਹੈ, ਪਹਿਲੋਂ ਦੇ ਤੈ ਰਿਜ਼ਕ ਸਮਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਪਰਮੇਸ਼ਰ ਇਸ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜੇ ਜੀਵਾਂ ਦਾ ਜੋ ਰਿਜ਼ਕ ਹੈ ਉਸ ਦਾ ਪ੍ਰਬੰਧ ਪਰਮੇਸ਼ਰ ਪਹਿਲਾਂ ਕਰਦਾ ਹੈ, ਉਸ ਤੋਂ ਬਾਅਦ ਜੀਵ ਨੂੰ ਜਨਮ ਦਿੰਦਾ ਹੈ। ਇਸ ਪ੍ਰਕਾਰ ਤੋਂ ਇਹ ਚਿੰਤਾ ਛੱਡ ਕੇ ਤੇ ਪਰਮੇਸ਼ਰ ਦੀ ਬੰਦਗੀ ਵਿੱਚ ਲੱਗ ਜਾਓ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ। ਮੇਰੇ ਮਾਧੋ ਜੀ, ਇਸ ਪ੍ਰਕਾਰ ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਭਾਈ ਗੁਰਦਾਸ ਜੀਆਂ ਨੂੰ ਬਚਨ ਕਰਦੇ ਕਰਦੇ ਅਤੇ ਹੁਣ ਪਰਮੇਸ਼ਰ ਦੇ ਬਾਬਤ ਪਰਮੇਸ਼ਰ ਨੂੰ ਸੰਬੋਧਨ ਕਰਕੇ ਇਹ ਬਚਨ ਉਚਾਰ ਰਹੇ ਹਨ। ਮੇਰੇ ਮਾਧੋ ਜੀ, ਮਾਧੋ ਤੋਂ ਭਾਵ ਪਤੀ ਪਰਮੇਸ਼ਵਰ। ਹੇ ਮੇਰੇ ਪਤੀ, ਹੇ ਮੇਰੇ ਮਾਲਕ। ਅਤੇ ਮਾਧੋ ਤੋਂ ਅਰਥ ਮਾਂ ਭਾਵ ਮਾਇਆ ਤੇ ਧਾਓ ਭਾਵ ਪਤੀ। ਜੋ ਮਾਇਆ ਦਾ ਪਤੀ ਉਹ ਪਰਮੇਸ਼ਰ ਹੈ। ਹੇ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਹੇ ਪਰਮੇਸ਼ਰ, ਮੇਰੇ ਪਤੀ, ਮੇਰੇ ਪਰਮੇਸ਼ਵਰ, ਇਹ ਜਿਹੜੇ ਜੀਵ ਤੁਹਾਡੀ ਸੰਗਤ ਦੇ ਵਿੱਚ ਆਣ ਕਰਕੇ ਮਿਲ ਗਏ, ਬੈਠ ਗਏ, ਜਿਨ੍ਹਾਂ ਨੇ ਤੁਹਾਡੀ ਸੰਗਤ ਰੋਜ਼ਾਨਾ ਕਰਨੀ ਆਰੰਭ ਕਰ ਦਿੱਤੀ, ਸੋ ਤਰਿਆ। ਉਹ ਇਸ ਭਵਜਲ ਸੰਸਾਰ ਦੇ ਅੰਦਰੋਂ ਤਰ ਗਿਆ ਅਤੇ ਭਾਵ ਉਹ ਇਸ ਜੂਨਾਂ ਦੇ ਅੰਦਰ ਫਿਰ ਮੁੜ ਕੇ ਆਉਣ ਜਾਣ ਉਸ ਦਾ ਨਹੀਂ ਹੋਵੇਗਾ, ਟੇਡੀਆਂ ਮੇਡੀਆਂ ਜੂਨਾਂ ਦੇ ਅੰਦਰ, ਕਿਉਂ ਜੋ ਇੱਕ ਵਾਰ ਪਰਮੇਸ਼ਰ ਨੇ ਉਸ ਨੂੰ ਤਾਰ ਦਿੱਤਾ। ਸਤ ਸੰਗਤ ਮਿਲੇ ਸੋ ਤਰਿਆ। ਜੋ ਇਸ ਪ੍ਰਕਾਰ ਰੋਜ਼ਾਨਾ ਸੰਗਤ ਕਰਦਾ ਹੈ, ਪਰਮੇਸ਼ਰ ਦਾ ਜੋ ਨਿਤਨੇਮ ਗੁਰਬਾਣੀ ਦਾ ਹੁੰਦਾ ਹੈ, ਰੋਜ਼ਾਨਾ ਸਰਵਣ ਕਰਦਾ ਹੈ, ਆਪ ਪੜ੍ਹਦਾ ਹੈ ਗੁਰਬਾਣੀ, ਅਤੇ ਜੋ ਕਥਾ ਵਿਚਾਰਾਂ ਹੁੰਦੀਆਂ ਹਨ ਉਹ ਆਣ ਕਰਕੇ ਸਰਵਣ ਕਰਦਾ ਹੈ। ਇਸ ਪ੍ਰਕਾਰ ਨਾਲ ਜੋ ਹੈ ਪਰਮੇਸ਼ਰ ਤੁਹਾਡੀ ਸੰਗਤ ਕਰਦਾ ਹੈ, ਉਸ ਨੂੰ ਤੁਸੀਂ ਤਾਰ ਦਿੱਤਾ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ। ਗੁਰ ਪ੍ਰਸਾਦ, ਜੋ ਗੁਰੂ ਹਨ ਸ੍ਰੇਸ਼ਟ, ਸਾਡੇ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 10 ਗੁਰੂ ਸਾਹਿਬਾਨਾਂ ਦੀ ਪ੍ਰਤੱਖ ਜੋਤ ਹਨ, ਜਿਨ੍ਹਾਂ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਅਤੇ ਜੋ ਜੁਗੋ ਜੁਗ ਅਟਲ ਗੁਰੂ ਹਨ, ਐਸੇ ਸ੍ਰੇਸ਼ਟ ਗੁਰਾਂ ਦੀ ਪ੍ਰਸਾਦ ਕਿਰਪਾ ਸਦਕਾ ਪਰਮ ਪਦ ਪਾਇਆ। ਜੋ ਇਸ ਜੀਵ ਨੇ ਸਤਿਗੁਰਾਂ ਦੀ ਸੰਗਤ ਵਿੱਚ ਆਣ ਕਰਕੇ, ਜਾਂ ਇਉਂ ਕਹਿ ਲਓ ਕਿ ਪਰਮੇਸ਼ਰ ਦੀ ਸੰਗਤ ਵਿੱਚ ਜੋ ਜੀਵ ਸਤਿਗੁਰਾਂ ਦੀ ਕਿਰਪਾ ਸਦਕਾ ਆਉਂਦੇ ਹਨ, ਉਹਨਾਂ ਨੇ ਪਰਮ ਪਦ ਪਾਇਆ। ਜੋ ਪਰਮ ਪਦਵੀ, ਜੋ ਸ੍ਰੇਸ਼ਟ ਪਦਵੀ, ਬ੍ਰਹਮ ਗਿਆਨ ਵਾਲੀ ਪਦਵੀ ਹੈ, ਉਹ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਜਾਂ ਇਉਂ ਕਹਿ ਲਓ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ। ਇਸੇ ਹੀ ਪ੍ਰਕਾਰ ਪਰਮ ਪਦ ਪਾਇਆ। ਜੋ ਪਰਮ ਪਦਵੀ ਦੇ ਉੱਪਰ ਮਾਲਕ, ਜੋ ਪਰਮ ਪਦਵੀ ਦਾ ਮਾਲਕ ਹੈ, ਸ੍ਰੇਸ਼ਟ ਪਦਵੀ ਦਾ ਮਾਲਕ ਜੋ ਪਰਮੇਸ਼ਰ ਆਪ ਹੈ, ਇਸ ਪ੍ਰਕਾਰ ਗੁਰੂ ਦੀ ਕਿਰਪਾ ਸਦਕਾ ਉਹ ਪਰਮੇਸ਼ਰ ਉਹਨਾਂ ਨੇ ਪ੍ਰਾਪਤ ਕਰ ਲਿਆ, ਜਿਹੜੇ ਸਤ ਸੰਗਤ ਵਿੱਚ ਰੋਜ਼ਾਨਾ ਆਣ ਕਰਕੇ ਜੁੜੇ। ਸੂਕੇ ਕਾਸ਼ਟ ਹਰਿਆ ਰਹਾਓ। ਸੂਕੇ ਕਾਸ਼ਟ, ਜਿਹੜੀਆਂ ਸੁੱਕੀਆਂ ਲੱਕੜਾਂ ਹਨ, ਉਹ ਵੀ ਪਰਮੇਸ਼ਰ ਦੀ ਕਿਰਪਾ ਨਾਲ ਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ, ਗੁਰ ਪਰਮੇਸ਼ਰ ਇੱਕੋ ਜਾਣ ਮੈਂ ਬੇਨਤੀ ਕਰਦੇ ਹਾਂ, ਕਿਉਂਕਿ ਕਿਸੇ ਮੌਕੇ ਮੇਰੇ ਮੁਖ ਦੇ ਅੰਦਰੋਂ ਗੁਰੂ ਨਿਕਲਦਾ ਹੈ, ਕਿਤੇ ਪਰਮੇਸ਼ਰ ਨਿਕਲਦਾ ਹੈ। ਇਸ ਪ੍ਰਕਾਰ ਜੋ ਗੁਰ ਪਰਮੇਸ਼ਰ ਇੱਕੋ ਜਾਣ, ਉਹ ਇੱਕੋ ਹੀ ਸਰੂਪ ਹੈ, ਗੁਰੂ ਵੀ ਹੈ, ਪਰਮੇਸ਼ਰ ਉਹ ਇੱਕੋ ਸਰੂਪ ਹੀ ਹੈ, ਇਹਨਾਂ ਵਿੱਚ ਭੇਦ ਨਹੀਂ। ਇਸੇ ਪ੍ਰਕਾਰ ਜੋ ਗੁਰੂ ਦੀ ਕਿਰਪਾ ਸਦਕਾ ਸੁੱਕੇ ਕਾਸ਼ਟ ਹਰਿਆ, ਜਿਹੜੀਆਂ ਸੁੱਕੀਆਂ ਲੱਕੜਾਂ ਹਨ ਉਹ ਵੀ ਹਰੀਆਂ ਹੋ ਜਾਂਦੀਆਂ ਹਨ। ਜਿਸ ਪ੍ਰਕਾਰ ਧੰਨ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਜੋ ਮੱਝਾਂ ਖੇਤ ਚਰ ਗਈਆਂ ਸਨ ਕਿਸੇ ਦਾ, ਤਾਂ ਉਸ ਦੇ ਸ਼ਿਕਾਇਤ ਕਰਨ ਤੇ ਇਸ ਪ੍ਰਕਾਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਜਿਹੜਾ ਖੇਤ ਸੀ ਉਹ ਹਰਿਆ ਭਰਿਆ ਹੋ ਗਿਆ ਸੀ। ਸੋ ਅਥਵਾ ਸੂਕੇ ਕਾਸ਼ਟ ਹਰਿਆ, ਜਿਹੜੇ ਸੁੱਕੇ ਹੋਏ ਸਾਡੇ ਮਨ ਹਨ, ਨਾਮ ਤੋਂ ਬਿਨਾਂ, ਜਿਵੇਂ ਫਸਲ ਪਾਣੀ ਤੋਂ ਬਿਨਾਂ ਸੁੱਕਦੀ ਹੈ, ਜੀਵ ਦਾ ਜੋ ਮਨ ਹੈ ਉਹ ਨਾਮ ਤੋਂ ਬਿਨਾਂ ਸੁੱਕਿਆ ਹੋਇਆ ਹੈ। ਤੇ ਉਹ ਜੇਕਰ ਗੁਰ ਪ੍ਰਸਾਦ, ਸਤਿਗੁਰਾਂ ਦੀ ਜੇਕਰ ਕਿਰਪਾ ਹੋ ਜਾਵੇ ਤਾਂ ਹਰਿਆ। ਉਹ ਸਤਿਗੁਰੂ ਜੋ ਉਸ ਨੂੰ ਨਾਮ ਦਾ ਜਲ ਦੇ ਕਰਕੇ ਉਸ ਨੂੰ ਵੀ ਹਰਿਆ ਭਰਿਆ ਕਰ ਦਿੰਦੇ ਹਨ, ਜੋ ਨਾਮ ਦਾ ਪ੍ਰਗਾਸ, ਨਾਮ ਦਾ ਪ੍ਰਕਾਸ਼ ਕਰ ਦਿੰਦੇ ਹਨ ਜੀਵ ਦੇ ਮਨ ਅੰਦਰ। ਉਹ ਸਤਿਗੁਰੂ ਉਸ ਦਾ ਮਨ ਜੋ ਹਰਿਆ ਭਰਿਆ ਕਰਨ ਦੇ ਸਮਰੱਥ ਹਨ, ਰਹਾਉ ਦੇ ਕਰਕੇ ਸਤਿਗੁਰੂ ਫਰਮਾ ਰਹੇ ਹਨ। ਜਨਨ ਜਨਨ ਪਿਤਾ ਲੋਕ ਸਤ ਬਨੇਤਾ। ਜਨਨ ਪਿਤਾ, ਜਨਨ ਤੋਂ ਭਾਵ ਜਨਮ ਦੇਣ ਵਾਲੀ ਮਾਤਾ, ਅਤੇ ਪਿਤਾ ਦਾ ਭਾਵ ਜਨਮ ਦੇਣ ਵਾਲਾ ਪਿਤਾ, ਜਿਸ ਦੇ ਗ੍ਰਹਿ ਵਿਖੇ ਜਨਮ ਹੋਇਆ, ਅਤੇ ਲੋਕ ਭਾਵ ਜੋ ਰਿਸ਼ਤੇਦਾਰ। ਇਸ ਹੀ ਪ੍ਰਕਾਰ ਨਾਲ ਜਨਨ ਪਿਤਾ, ਜੋ ਜਨਨੀ ਦਾ ਪਿਤਾ ਭਾਵ ਨਾਨਾ, ਅਤੇ ਲੋਕ ਇਸੇ ਪ੍ਰਕਾਰ ਜੋ ਨਾਨਾ ਪਰਿਵਾਰ ਹੈ ਸਾਰਾ,
ਅਤੇ ਸੁੱਤ ਬਨਿਤਾ, ਜੋ ਸੁੱਤ ਭਾਵ ਸਪੁੱਤਰ ਅਤੇ ਬਨਿਤਾ ਤੋਂ ਭਾਵ ਇਸਤਰੀ। ਅਤੇ ਇਸੇ ਪ੍ਰਕਾਰ ਸੁੱਤ ਬਨਿਤਾ, ਜਿਹੜੀ ਸੁੱਤ ਭਾਵ ਪੁੱਤਰ ਦੀ ਇਸਤਰੀ ਜੋ ਨੂੰਹ ਹੈ, ਉਹ ਇਸ ਪ੍ਰਕਾਰ ਨਾਲ ਜੋ ਕੁੜਮਾਈ ਦੀ ਸਾਰੀ ਰਿਸ਼ਤੇਦਾਰੀ ਸਤਿਗੁਰਾਂ ਨੇ ਗਿਣਾਤੀ। ਜਨਨ ਪਿਤਾ ਲੋਕ ਸੁੱਤ ਬਨਿਤਾ, ਕੋਏ ਨਾ ਕਿਸ ਕੀ ਧਰਿਆ। ਸਤਿਗੁਰੂ ਫਰਮਾਉਂਦੇ ਹਨ ਇਹ ਜੋ ਸਾਰੇ ਰਿਸ਼ਤੇ ਹਨ ਨਾ, ਜੋ ਸਤਿਗੁਰਾਂ ਨੇ ਫਰਮਾਏ ਕਿ ਮਾਤਾ ਪਿਤਾ ਨਾਨਕੇ ਦਾਦਕੇ ਸਾਰੇ ਪੁੱਤਰ ਕੁੜਮਾਈ ਦੇ ਸਾਰੇ ਜੋ ਰਿਸ਼ਤੇ ਹਨ, ਕੋਏ ਨਾ ਕਿਸ ਕੀ ਧਰਿਆ, ਕਿ ਕਿਸੇ ਦੀ ਰੋਜੀ ਕਿਸੇ ਦਾ ਰਿਜ਼ਕ ਕਿਸੇ ਦੇ ਆਸਰੇ ਤੇ ਨਹੀਂ ਹੈ, ਕਿਸੇ ਰਿਸ਼ਤੇਦਾਰ ਦੇ ਆਸਰੇ ਤੇ ਨਹੀਂ। ਜੇਕਰ ਕੋਈ ਕਹਿ ਦੇ ਕਿ ਮੈਂ ਹੀ ਕਮਾਉਣ ਵਾਲਾ ਹਾਂ, ਮੈਂ ਹੀ ਆਪਦੇ ਬੱਚਿਆਂ ਨੂੰ ਰਿਜ਼ਕ ਦੇਣ ਵਾਲਾ ਹਾਂ, ਮੇਰੀ ਘਰ ਵਾਲੀ ਹੈ ਉਹ ਮੇਰੇ ਸਿਰੋਂ ਹੀ ਖਾਂਦੀ ਹੈ, ਜੇਕਰ ਮੈਂ ਮਰ ਗਿਆ ਤਾਂ ਉਹ ਵੀ, ਜੇਕਰ ਮੈਂ ਨਾ ਕਮਾਈ ਕੀਤੀ ਤਾਂ ਇਹ ਭੁੱਖੇ ਮਰ ਜਾਣਗੇ। ਇਸ ਪ੍ਰਕਾਰ ਸਤਿਗੁਰੂ ਕਹਿੰਦੇ ਹਨ ਹੰਕਾਰ ਨਾ ਕਰ, ਕੋਏ ਨਾ ਕਿਸ ਕੀ ਧਰਿਆ, ਕਿ ਕੋਈ ਕਿਸੇ ਦਾ ਰਿਜ਼ਕ ਦਿੱਤਾ ਹੋਇਆ ਨਹੀਂ ਖਾਂਦਾ। ਉਹ ਪਰਮੇਸ਼ਰ ਆਪ ਹੀ ਹੈ ਜੋ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ। ਅੱਗੇ ਸ਼ਬਦ ਆਵੇਗਾ ਕਿ ਉਹ ਪਰਮੇਸ਼ਰ ਹੀ ਸਾਰਿਆਂ ਦੇ ਸਿਰ ਤੇ ਰਿਜ਼ਕ ਦੇਣ ਵਾਲਾ ਹੈ। ਕੋਏ ਨਾ ਕਿਸ ਕੀ ਧਰਿਆ, ਇਹ ਕੋਈ ਕਿਸੇ ਦਾ ਦਿੱਤਾ ਹੋਇਆ ਨਹੀਂ ਖਾਂਦਾ, ਕੋਈ ਕਿਸੇ ਰਿਸ਼ਤੇਦਾਰ ਉਸ ਦੇ ਆਧਾਰ ਤੇ ਨਹੀਂ ਹੈ, ਉਸ ਦੇ ਆਸਰੇ ਤੇ ਨਹੀਂ ਹੈ, ਉਹ ਤਾਂ ਪਰਮੇਸ਼ਰ ਦੇ ਆਸਰੇ ਤੇ ਹੈ ਸਾਰੇ ਜੀਵਾਂ ਦਾ ਰਿਜ਼ਕ। ਇਸੇ ਪ੍ਰਕਾਰ ਸਾਧ ਸੰਗਤ ਇੱਕ ਸਮੇਂ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਪਾਸ ਇੱਕ ਨਗਰ ਦੀ ਸੰਗਤ ਚੱਲ ਕੇ ਗਈ ਅਤੇ ਸਤਿਗੁਰਾਂ ਪਾਸ ਉੱਥੇ ਰਹਿ ਕਰਕੇ ਉਹਨਾਂ ਨੇ ਕਥਾ ਵਿਚਾਰਾ ਗੁਰਬਾਣੀ ਦਾ ਜੋ ਸਤਿਗੁਰਾਂ ਬਾਬਤ ਪਰਮੇਸ਼ਰ ਦਾ ਜੋ ਪਿਆਰ ਕਥਾ ਸਰਵਣ ਕੀਤੀ। ਅਤੇ ਇਸ ਪ੍ਰਕਾਰ ਜਾਣ ਲੱਗੇ ਸਤਿਗੁਰਾਂ ਪਾਸ ਬਚਨ ਕੀਤਾ, ਬੇਨਤੀ ਕੀਤੀ ਕਿ ਸਤਿਗੁਰੂ ਕਿਰਪਾ ਕਰੋ, ਸਾਨੂੰ ਵੀ ਇੱਕ ਸਿੰਘ ਬਖਸ਼ਿਸ਼ ਕਰੋ ਜੋ ਸਾਡੇ ਨਗਰ ਦੇ ਵਿੱਚ ਜਾ ਕੇ ਸਾਰੀ ਸੰਗਤ ਨੂੰ ਕਥਾ ਸੁਣਾ ਕੇ ਤੇ ਸਾਰੀ ਸੰਗਤ ਨੂੰ ਪਰਮੇਸ਼ਰ ਨਾਲ ਜੋੜੇ। ਇਸ ਕਿਰਪਾ ਕਰਕੇ ਸਿੰਘ ਸਾਡੇ ਨਾਲ ਭੇਜੋ। ਤਾਂ ਉਸ ਸਮੇਂ ਇੱਕ ਸਿੰਘ ਜੋ ਸੂਝਵਾਨ ਸੀ, ਨਿਤਨੇਮੀ ਸੀ, ਕਥਾ ਕਰਨੀ ਜਾਣਦਾ ਸੀ ਸਤਿਗੁਰਾਂ ਦੀ ਗੁਰਬਾਣੀ ਦੀ, ਤਾਂ ਉਹ ਵੀ ਸਤਿਗੁਰਾਂ ਦੇ ਦਰਸ਼ਨ ਕਰਨ, ਕਿਸੇ ਹੋਰ ਨਗਰ ਦਾ ਸੀ ਉਹ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਉਸ ਸਮੇਂ ਆਇਆ ਹੋਇਆ ਸੀ, ਘਰੋਂ ਬਹੁਤ ਗਰੀਬ ਸੀ। ਤਾਂ ਸਤਿਗੁਰਾਂ ਨੇ ਉਸ ਨੂੰ ਵਚਨ ਕੀਤਾ ਕਿ ਜਾਓ ਇਹਨਾਂ ਦੇ ਨਾਲ ਜਾ ਕਰਕੇ ਤੇ ਇਹਨਾਂ ਦੇ ਨਗਰ ਵਿੱਚ ਰਹਿ ਕੇ ਅਤੇ ਇਹਨਾਂ ਨੂੰ ਕਥਾ ਵਿਚਾਰਾ ਸੁਣਾ ਕੇ ਸਤਿਗੁਰਾਂ ਦੇ ਲੜ ਲਾਓ। ਤਾਂ ਉਸ ਸਿੰਘ ਨੇ ਅੱਗੋਂ ਸਤਿਗੁਰਾਂ ਪਾਸ ਬੇਨਤੀ ਕੀਤੀ ਕਿ ਸਤਿਗੁਰੂ ਮੈਂ ਬਹੁਤ ਗਰੀਬ ਹਾਂ, ਮੇਰਾ ਜੋ ਪਰਿਵਾਰ ਹੈ ਮੇਰੇ ਸਿਰ ਤੋਂ ਹੀ ਖਾਂਦਾ ਹੈ, ਮੈਂ ਹੀ ਘਰੇ ਇਕੱਲਾ ਕਮਾਉਣ ਵਾਲਾ ਹਾਂ, ਤੇ ਜੇਕਰ ਮੈਂ ਇੱਧਰ ਚਲਾ ਗਿਆ ਤਾਂ ਮੇਰੇ ਪਰਿਵਾਰ ਦਾ ਖਿਆਲ ਕੌਣ ਰੱਖੇਗਾ, ਉਹਦਾ ਭੁੱਖੇ ਮਰ ਜਾਣਗੇ। ਇਸ ਪ੍ਰਕਾਰ ਸਤਿਗੁਰਾਂ ਨੇ ਅੱਗੋਂ ਕੋਈ ਬਚਨ ਨਹੀਂ ਕੀਤਾ ਅਤੇ ਸੰਗਤ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਜਾਓ, ਆਪਣੇ ਨਗਰ ਪਹੁੰਚੋ, ਅਸੀਂ ਤੁਹਾਡੇ ਵਾਸਤੇ ਸਿੰਘ ਕੋਈ ਭੇਜ ਦਿਆਂਗੇ। ਇਸੇ ਪ੍ਰਕਾਰ ਨਾਲ ਕੁਝ ਸਮਾਂ ਬੀਤਿਆ ਅਤੇ ਸਤਿਗੁਰਾਂ ਨੇ ਉਸੇ ਹੀ ਸਿੰਘ ਨੂੰ ਇੱਕ ਗੁਪਤ ਚਿੱਠੀ ਲਿਖ ਕਰਕੇ ਉਸ ਸਿੰਘ ਨੂੰ ਫੜਾਈ ਤੇ ਉਹਨੂੰ ਕਿਹਾ ਕਿ ਫਲਾਣੇ ਨਗਰ ਵਿੱਚ ਜਾ ਕੇ ਇਹ ਚਿੱਠੀ ਦੇ ਆਓ। ਉਹ ਜਿਹੜਾ ਕਥਾਵਾਚਕ ਸਿੰਘ ਸੀ ਅਤੇ ਉਸ ਨੂੰ ਨਹੀਂ ਪਤਾ ਕਿ ਚਿੱਠੀ ਵਿੱਚ ਕੀ ਲਿਖਿਆ ਜਾਂ ਉਸੇ ਹੀ ਨਗਰ ਜਾਣਾ ਹੈ। ਸਤਿਗੁਰਾਂ ਨੇ ਗੁਪਤ ਚਿੱਠੀ ਨੂੰ ਦੇ ਕੇ ਕਿਹਾ ਵੀ ਫਲਾਣੇ ਨਗਰ ਇਹ ਚਿੱਠੀ ਪਹੁੰਚਦੀ ਕਰੋ। ਤਾਂ ਜਿਸ ਸਮੇਂ ਉਹ ਚਿੱਠੀ ਲੈ ਕਰਕੇ ਨਗਰ ਦੀ ਸੰਗਤ ਨੂੰ ਉਹਨੇ ਪਕੜਾਈ, ਉਸ ਕਥਾਵਾਚਕ ਸਿੰਘ ਨੇ, ਨਗਰ ਦੀ ਸੰਗਤ ਨੇ ਚਿੱਠੀ ਜਦੋਂ ਪੜ੍ਹੀ ਤਾਂ ਬੜੀ ਪ੍ਰਸੰਨ ਹੋਈ ਕਿ ਸਤਿਗੁਰਾਂ ਨੇ ਇਹ ਜਿਹੜਾ ਸਿੰਘ ਹੈ ਕਥਾ ਵਾਸਤੇ ਸਾਡੇ ਕੋਲ ਭੇਜ ਦਿੱਤਾ ਹੈ। ਤੇ ਇਸ ਪ੍ਰਕਾਰ ਨਾਲ ਸਤਿਗੁਰਾਂ ਨੇ ਚਿੱਠੀ ਵਿੱਚ ਲਿਖਿਆ ਸੀ ਕਿ ਇਹ ਸਿੰਘ ਤੁਹਾਡੇ ਵਾਸਤੇ ਘੱਲਿਆ ਹੈ, ਇਸ ਕੋਲੋਂ ਤੁਸੀਂ ਸਵੇਰ ਸ਼ਾਮ ਜੋ ਕਥਾ ਸਰਵਣ ਕਰੋ, ਸਤਿਗੁਰਾਂ ਨਾਲ ਸਾਰੀ ਸੰਗਤ ਨੂੰ ਜੋੜੋ ਅਤੇ ਇਸ ਸਿੰਘ ਦਾ ਖਾਸ ਧਿਆਨ ਰੱਖਣਾ, ਇਸ ਨੂੰ ਆਪਦੇ ਨਗਰ ਵਾਪਸ ਨਹੀਂ ਜਾਣ ਦੇਣਾ, ਇਹਨੂੰ 6 ਮਹੀਨੇ ਤੱਕ ਤੁਸੀਂ ਆਪਦੇ ਕੋਲ ਹੀ ਰੱਖਣਾ ਹੈ, ਸਵੇਰ ਸ਼ਾਮੇ ਤੋਂ ਕਥਾ ਸਰਵਣ ਕਰਨੀ ਹੈ। ਸੋ ਇਸ ਪ੍ਰਕਾਰ ਨਾਲ ਉਹ ਸਿੰਘ ਸਤਿਗੁਰਾਂ ਜਿਸ ਸਮੇਂ ਉਸ ਨੂੰ ਪਤਾ ਲੱਗਾ ਕਿ ਸਤਿਗੁਰਾਂ ਨੇ ਇਹ ਹੁਕਮ ਲਿਖ ਕਰਕੇ ਮੈਨੂੰ ਘੱਲਿਆ ਹੈ ਤਾਂ ਉਸ ਸਮੇਂ ਉਸ ਦੇ ਮਨ ਵਿੱਚ ਤਾਂ ਬਹੁਤ ਪਛਤਾਵਾ ਹੋਇਆ। ਬੜਾ ਮਨ ਵਿੱਚ ਉਹਨੇ ਸੋਚਿਆ ਕਿ ਮੇਰੇ ਪਰਿਵਾਰ ਦਾ ਮਗਰ ਕੀ ਬਣੇਗਾ। ਪਰ ਉਹ ਸੰਗਤ ਨੂੰ ਜੋ ਸਤਿਗੁਰਾਂ ਨੇ ਜੋ ਹੁਕਮ ਕੀਤਾ ਸੀ ਉਹ ਸੰਗਤ ਨੇ ਹੁਣ ਉਹ ਸਿੱਖ ਨੂੰ ਜਾਣ ਨਹੀਂ ਦਿੱਤਾ ਅਤੇ ਆਪਣੇ ਕੋਲ ਰੱਖਿਆ 6 ਮਹੀਨੇ ਤੱਕ। ਅਤੇ ਉਸ ਪਾਸੋਂ ਜੋ ਕਥਾ ਸਵੇਰ ਸ਼ਾਮ ਸਰਵਣ ਕੀਤੀ ਉਸਨੇ ਬੜੇ ਪਿਆਰ ਨਾਲ ਕਥਾ ਸਰਵਣ ਕਰਵਾਈ ਸਾਰੀ ਸੰਗਤ ਨੂੰ। ਸਾਰੀ ਹੀ ਸੰਗਤ ਸਤਿਗੁਰਾਂ ਦੀ ਗੁਰਬਾਣੀ ਦੇ ਨਾਲ ਜੁੜੀ ਅਤੇ ਅਰਥਬੋਧ ਪ੍ਰਾਪਤ ਕੀਤੇ। ਇਸ ਪ੍ਰਕਾਰ ਨਾਲ ਪਰ ਜੋ ਉਹ ਕਥਾਵਾਚਕ ਸਿੰਘ ਸੀ ਉਸ ਦੇ ਮਨ ਵਿੱਚ ਬਹੁਤ ਹੀ ਚਿੰਤਾ ਰਿਹਾ ਕਰੇ। ਜਿਸ ਸਮੇਂ 2-3 ਮਹੀਨੇ ਗੁਜ਼ਰ ਗਏ ਉਸ ਦੇ ਆਪਦੇ ਮਨ ਵਿੱਚ ਉਹ ਸੋਚਣ ਲੱਗਾ ਕਿ ਹੁਣ ਤਾਂ ਚਿੰਤਾ ਕਰਨ ਦਾ ਫਾਇਦਾ ਹੀ ਨਹੀਂ, ਹੁਣ ਤਾਂ ਮਗਰ ਵਾਲੇ ਮਰ ਮੁੱਕ ਹੀ ਗਏ ਹੋਣਗੇ, ਭੁੱਖ ਦੇ ਨਾਲ ਮਰ ਗਏ ਹੋਣਗੇ, ਹੁਣ ਤਾਂ ਚਿੰਤਾ ਕਰਨ ਦਾ ਕੋਈ ਫਾਇਦਾ ਨਹੀਂ। ਇਸ ਪ੍ਰਕਾਰ ਨਾਲ ਜਦੋਂ 6 ਮਹੀਨੇ ਗੁਜ਼ਰੇ ਤਾਂ ਸਾਰੀ ਸੰਗਤ ਨੇ ਉਸ ਸਿੰਘ ਦਾ
ਬੜਾ ਸਤਿਕਾਰ ਕੀਤਾ, ਸਿਰੋਂ ਭਾਉ ਬਖਸ਼ਿਸ਼ ਕਰਕੇ ਤੇ ਉਹਨੂੰ ਵਾਪਸ ਨਗਰ ਘੱਲਿਆ। ਆਉਂਦਾ ਆਉਂਦਾ ਇਹ ਸੋਚੀ ਜਾ ਰਿਹਾ ਹੈ ਕਿ ਹੁਣ ਤਾਂ ਉਹ ਕੁੱਲੀ ਵੀ ਨਹੀਂ ਰਹੀ ਹੋਣੀ, ਉੱਥੇ ਕਿਸੇ ਹੋਰ ਨੇ ਕੋਈ ਮਕਾਨ ਪਾ ਲਿਆ ਹੋਵੇਗਾ। ਇਸ ਪ੍ਰਕਾਰ ਮਰ ਮੁੱਕ ਗਏ ਹੋਣਗੇ ਪਰਿਵਾਰ ਵਾਲੇ। ਇਸ ਤਰੀਕੇ ਨਾਲ ਪਛਤਾਵਾ ਕਰਦਾ ਤੁਰਿਆ ਆ ਰਿਹਾ ਹੈ। ਤੇ ਸਾਧ ਸੰਗਤ ਜਿਸ ਸਮੇਂ ਇਹ ਕਥਾ ਕਰਨ ਗਿਆ ਸੀ ਨਾ ਉਸ ਨਗਰ, ਤਾਂ ਪਿੱਛੋਂ ਜੋ ਉਸ ਇਲਾਕੇ ਦੀ ਸੰਗਤ ਸੀ, ਜਿਹੜਾ ਸਿੱਖ ਦੇ ਪਿੰਡ ਦੀ ਸੰਗਤ ਸੀ, ਉਸ ਨੇ ਇਹ ਸੋਚਿਆ ਕਿ ਜੋ ਕਥਾਵਾਚਕ ਸਿੰਘ ਹੈ ਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਗਿਆ ਸੀ, ਮੁੜ ਕੇ ਆਇਆ ਹੀ ਨਹੀਂ ਵਾਪਸ। ਲੱਗਦਾ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਹੀ ਉੱਥੇ ਰਹਿ ਗਿਆ ਹੈ। ਸੋ ਇਸ ਪ੍ਰਕਾਰ ਨਗਰ ਨੇ ਸਲਾਹ ਕੀਤੀ ਕਿ ਜੋ ਇਸ ਦਾ ਪਰਿਵਾਰ ਹੈ, ਇਸ ਦਾ ਖਿਆਲ ਸਾਨੂੰ ਹੀ ਰੱਖਣਾ ਪਵੇਗਾ, ਕਿਉਂਕਿ ਉਹ ਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਚਲਾ ਗਿਆ ਹੈ ਸੇਵਾ ਕਰਨ ਵਾਸਤੇ। ਤਾਂ ਇਸ ਪ੍ਰਕਾਰ ਨਾਲ ਨਗਰ ਦੀ ਸੰਗਤ ਨੇ ਜੋ ਅੰਨ ਪਾਣੀ ਇਕੱਠਾ ਕਰਕੇ ਉਸ ਦੇ ਪਰਿਵਾਰ, ਉਸ ਦੀ ਪਤਨੀ ਪੁੱਤਰਾਂ ਨੂੰ ਦਿੱਤਾ। ਇਸ ਪ੍ਰਕਾਰ ਨਾਲ ਉਹਨਾਂ ਦਾ ਮਕਾਨ ਵੀ ਸੁੰਦਰ ਬਣਾ ਦਿੱਤਾ ਸੀ, ਝੌਂਪੜੀ ਨੂੰ ਢਾਹ ਕੇ, ਤੇ ਉਹਨਾਂ ਨੂੰ ਇਸ ਪ੍ਰਕਾਰ ਨਾਲ ਇੱਕ ਲਵੇਰੀ ਮੱਝ ਵੀ ਦੇ ਦਿੱਤੀ ਸੀ ਜੋ ਉਹਨਾਂ ਦਾ ਰਿਜ਼ਕ ਚੰਗਾ ਚੱਲ ਪਵੇ। ਇਸ ਪ੍ਰਕਾਰ ਨਾਲ ਉਹਨਾਂ ਦਾ ਜੀਵਨ ਸੁਖਾਲਾ ਚੱਲ ਰਿਹਾ ਸੀ, ਪਰ ਉਹ ਕਥਾਵਾਚਕ ਚਿੰਤਾ ਕਰ ਰਿਹਾ ਸੀ ਆਪਦੇ ਮਨ ਵਿੱਚ। ਤੇ ਜਿਸ ਸਮੇਂ ਉਸਨੇ ਆਣ ਕਰਕੇ ਦੇਖਿਆ ਕਿ ਕੁੱਲੀ ਢਹੀ ਹੋਈ ਹੈ, ਉੱਥੇ ਹੈ ਨਹੀਂ, ਉਸ ਦੀ ਥਾਂ ਤੇ ਕੋਈ ਸੁੰਦਰ ਮਕਾਨ ਹੈ ਕਿਸੇ ਨੇ ਉਸਾਰ ਲਿਆ, ਤੇ ਸੋਚਣ ਲੱਗਾ ਕਿ ਦੇਖਿਆ ਉਹੀ ਗੱਲ ਹੋਈ ਨਾ ਜਿਸ ਦਾ ਡਰ ਸੀ ਵੀ ਦੇਖ ਕਿਸੇ ਹੋਰ ਨੇ ਸਾਡੀ ਕੁੱਲੀ ਵਾਲੀ ਜਗ੍ਹਾ ਤੇ ਆਪਣਾ ਮਕਾਨ ਉਸਾਰ ਲਿਆ ਹੈ, ਤੇ ਉਹ ਪਤਾ ਹੀ ਨਹੀਂ ਪਰਿਵਾਰ ਦਾ ਵੀ ਕਿਸ ਪਾਸੇ ਹੋਵੇਗਾ। ਤੇ ਜਿਸ ਸਮੇਂ ਉਸ ਦੇ ਘਰ ਦੇ ਕੋਲ ਪਹੁੰਚਿਆ, ਇਹਦਾ ਪੁੱਤਰ ਜਿਸ ਸਮੇਂ ਬਾਹਰ ਆਇਆ, ਉਸਨੇ ਆਪਦੇ ਪਿਤਾ ਨੂੰ ਦੇਖ ਕਰਕੇ ਆਪਦੀ ਮਾਂ ਨੂੰ ਉੱਚੀ ਸਾਰੀ ਕਿਹਾ ਕਿ ਮਾਤਾ ਜੀ ਆ ਦੇਖੋ ਬਾਪੂ ਜੀ ਆ ਗਏ ਹਨ, ਹੁਣ ਇਸ ਪ੍ਰਕਾਰ ਆਪਾਂ ਅੱਗੇ ਵਾਂਗੂ ਫਿਰ ਭੁੱਖੇ ਮਰਾਂਗੇ। ਇਹ ਬਚਨ ਆਪਦੇ ਪੁੱਤਰ ਦੇ ਸੁਣ ਕੇ ਉਸ ਸਿੱਖ ਨੂੰ ਆਪਦੇ ਸਤਿਗੁਰਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇਹ ਨਿਸ਼ਚਾ ਆ ਗਿਆ ਕਿ ਸਤਿਗੁਰੂ ਜੋ ਹਨ ਉਹੀ ਸਾਰਿਆਂ ਦਾ ਖਿਆਲ ਰੱਖਣ ਵਾਲੇ ਹਨ, ਉਹੀ ਸਾਰਿਆਂ ਨੂੰ ਰਿਜ਼ਕ। ਮੈਂ ਤਾਂ ਐਵੇਂ ਹੀ ਚਿੰਤਾ ਕਰਦਾ ਰਿਹਾ, ਪਰ ਸਤਿਗੁਰਾਂ ਨੇ ਜੋ ਬੜੀ ਬਖਸ਼ਿਸ਼ ਕੀਤੀ। ਇਸ ਪ੍ਰਕਾਰ ਸਾਧ ਸੰਗਤ ਜੋ ਕੋਈ ਨਾ ਕਿਸ ਕੀ ਧਰਿਆ, ਉਹ ਕਿਸੇ ਦੇ ਰਿਜ਼ਕ ਦੇ ਉੱਪਰ ਨਹੀਂ ਕੋਈ ਵੀ ਟਿਕਿਆ। ਜੋ ਰਿਸ਼ਤੇਦਾਰ, ਮਾਤਾ ਪਿਤਾ, ਸਾਖ ਸੰਬੰਧੀ ਹਨ, ਉਹ ਤਾਂ ਪਰਮੇਸ਼ਰ ਹੀ ਸਾਰਿਆਂ ਨੂੰ ਇਸ ਪ੍ਰਕਾਰ ਰਿਜ਼ਕ ਦੇਣ ਵਾਲਾ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕੁਰ। ਸਿਰ ਸਿਰ ਹਰੇਕ ਦੇ ਜੀਵ ਦੇ ਸਿਰ ਦੇ ਉੱਪਰ, ਸਿਰ ਸਿਰ ਭਾਵ ਹਰੇਕ ਜੀਵ ਨੂੰ, ਅਤੇ ਸਿਰ ਸਿਰ ਭਾਵ ਹਰੇਕ ਪ੍ਰਕਾਰ ਦੇ ਨਾਲ ਰਿਜਕ ਸੰਭਾਹੇ ਭਾਵ ਪਹੁੰਚਾਉਂਦਾ ਹੈ ਠਾਕੁਰ। ਜੋ ਠਾਕੁਰ ਪਰਮੇਸ਼ਰ ਹੈ, ਉਹ ਸਾਰਿਆਂ ਜੀਵਾਂ ਨੂੰ, ਹਰੇਕ ਜੀਵ ਨੂੰ ਰਿਜਕ ਹਰੇਕ ਪ੍ਰਕਾਰ ਨਾਲ ਪਹੁੰਚਾਉਂਦਾ ਹੈ। ਕਾਹੇ ਮਨ ਭਉ ਕਰਿਆ। ਹੇ ਮਨ, ਤੂੰ ਕਾਹੇ ਆਪਦੇ ਮਨ ਦੇ ਅੰਦਰ ਡਰ ਕਰ ਰਿਹਾ ਹੈ, ਭਾਉ ਕਰਦਾ ਹੈ ਕਿ ਮੇਰਾ ਰਿਜ਼ਕ ਨਹੀਂ ਚੱਲੇਗਾ। ਉਹ ਪਰਮੇਸ਼ਰ ਆਪ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ। ਇਸ ਪ੍ਰਕਾਰ ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀ, ਕਿ ਜਿਸ ਪਰਮੇਸ਼ਰ ਨੇ ਪੱਥਰਾਂ ਦੇ ਅੰਦਰ ਜੀਵ ਪੈਦਾ ਕਰਕੇ ਜਿੱਥੇ ਆਉਣ ਜਾਣ ਦਾ ਕੋਈ ਰਾਸਤਾ ਹੀ ਨਹੀਂ, ਜੇਕਰ ਉਹਨਾਂ ਨੂੰ ਰਿਜ਼ਕ ਦੇ ਦਿੱਤਾ ਹੈ, ਉਹਨਾਂ ਨੂੰ ਰਿਜ਼ਕ ਦਿੰਦਾ ਹੈ, ਤਾਂ ਹੇ ਜੀਵ ਤੈਨੂੰ ਕਿਉਂ ਨਾ ਰਿਜ਼ਕ ਦੇਵੇਗਾ ਉਹ ਪਰਮੇਸ਼ਰ। ਇਸ ਪ੍ਰਕਾਰ ਨਾਲ ਤੂੰ ਕਿਉਂ ਮਨ ਦੇ ਅੰਦਰ ਭਾਉ ਕਰਦਾ ਹੈ, ਮਨ ਦੇ ਵਿੱਚ ਕਿਉਂ ਤੂੰ ਡਰ ਕਰ ਰਿਹਾ ਹੈ? ਡਰ ਛੱਡ ਕੇ ਪਰਮੇਸ਼ਰ ਦੀ ਬੰਦਗੀ ਵਿੱਚ ਜੁੜ ਜਾ। ਊਡੈ ਊਡ ਆਵੈ ਸਹਿ ਕੋਸਾ। ਊਡੇ ਊਡ ਆਵੈ ਸਹਿ ਕੋਸਾ। ਜਿਸ ਪ੍ਰਕਾਰ ਨਾਲ ਜਿਹੜੀਆਂ ਕੂੰਜਾਂ ਹੁੰਦੀਆਂ ਹਨ, ਊਡੇ ਊਡ ਜਿਹੜੀਆਂ ਕੂੰਜਾਂ ਦੀਆਂ ਡਾਰਾਂ ਉੱਡ ਉੱਡ ਕੇ ਮੈਦਾਨੀ ਇਲਾਕੇ ਵੱਲ ਆ ਜਾਂਦੀਆਂ ਹਨ। ਜਿਸ ਸਮੇਂ ਪਹਾੜਾਂ ਦੇ ਅੰਦਰ ਬਰਫ਼ ਪੈਣ ਲੱਗਦੀ ਹੈ, ਤਾਂ ਇਸ ਪ੍ਰਕਾਰ ਕੂੰਜਾਂ ਦੀਆਂ ਡਾਰਾਂ ਮੈਦਾਨੀ ਇਲਾਕੇ ਵੱਲ ਆ ਜਾਂਦੀਆਂ ਹਨ। ਤਿਸ ਪਾਛੈ ਬਚਰੇ ਸ਼ਰਿਆ। ਇਸ ਪ੍ਰਕਾਰ ਆਵੈ ਸਹਿ ਕੋਸਾਂ, ਵੀ 100 ਕੋਹਾਂ ਤੋਂ ਚੱਲ ਕੇ ਇਸ ਮੈਦਾਨੀ ਇਲਾਕੇ ਵੱਲ ਆ ਜਾਂਦੀਆਂ ਹਨ। ਅਤੇ ਤਿਸ ਪਾਛੈ ਬਚਰੇ ਛਰਿਆ, ਤੇ ਉਹਨਾਂ ਦੇ ਪਿੱਛੇ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਹਨ, ਉਹ ਛਰਿਆ ਭਾਵ ਉੱਥੇ ਹੀ ਉਹਨਾਂ ਨੂੰ ਛੱਡ ਕੇ ਆ ਜਾਂਦੀਆਂ ਹਨ। ਅਤੇ ਇਸ ਪ੍ਰਕਾਰ ਉਹ ਸਿਆਲਾਂ ਦੀ ਰੁੱਤ ਵਿੱਚ ਮੈਦਾਨੀ ਇਲਾਕੇ ਵਿੱਚ ਆਉਂਦੀਆਂ ਹਨ, ਆਪਣੇ ਬੱਚਿਆਂ ਨੂੰ ਪਿੱਛੇ ਛੱਡ ਕੇ। ਤਿਨ ਕਵਣ ਖਲਾਵੈ। ਅਤੇ ਇਹ ਜੀਵ ਤੂੰ ਵਿਚਾਰ ਕਰ ਵੀ ਜੋ ਬੱਚੇ ਮਗਰ ਰਹਿ ਗਏ ਹਨ, ਕੂੰਜਾਂ ਦੇ ਬੋਟ ਮਗਰ ਰਹਿ ਗਏ ਹਨ, ਤਿੰਨ ਕਵਣ ਖਿਲਾਵੈ, ਉਹਨਾਂ ਨੂੰ ਜਿਹੜਾ ਰਿਜ਼ਕ ਹੈ ਕੌਣ ਖਵਾ ਰਿਹਾ ਹੈ? ਕੌਣ ਚੁਗਾਵੈ। ਜਿਸ ਪ੍ਰਕਾਰ ਚਿੜੀ ਚੋਗਾ ਚੁਗ ਕੇ ਅਤੇ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚ ਉੱਨ ਪਾ ਕੇ ਉਹਨਾਂ ਨੂੰ ਚੁਗਾਉਂਦੀ ਹੈ, ਇਸੇ ਪ੍ਰਕਾਰ ਜੋ ਕੂੰਜਾਂ ਦੇ ਬੱਚੇ ਹਨ ਪਿੱਛੇ ਰਹਿ ਗਏ ਪਹਾੜਾਂ 'ਚ, ਉਹਨਾਂ ਨੂੰ ਕੌਣ ਚੁਗਾ ਰਿਹਾ ਹੈ? ਮਨ ਮਹਿ ਸਿਮਰਨ ਕਰਿਆ। ਇਸ ਪ੍ਰਕਾਰ ਨਾਲ ਸਤਿਗੁਰਾਂ ਨੇ ਜੋ ਕੂੰਜਾਂ ਦੇ ਬੱਚਿਆਂ ਦਾ ਜੋ ਰਿਜ਼ਕ ਹੈ ਨਾ, ਉਸ ਦਾ ਪ੍ਰਬੰਧ ਇਸ ਪ੍ਰਕਾਰ ਕੀਤਾ ਹੋਇਆ ਹੈ ਕਿ ਜਿਸ ਸਮੇਂ ਕੂੰਜਾਂ
ਇੱਧਰ ਆਣ ਕਰਕੇ ਮੈਦਾਨੀ ਇਲਾਕਿਆਂ ਵੱਲ ਜਿਸ ਸਮੇਂ ਉਹ ਚੁਗਦੀਆਂ ਹਨ ਚੋਗਾ, ਮਨ ਮਹਿ ਸਿਮਰਨ ਕਰਿਆ, ਉਹ ਆਪਣੇ ਮਨ ਦੇ ਅੰਦਰ ਆਪਦੇ ਵੋਟਾਂ ਨੂੰ ਯਾਦ ਕਰਦੀਆਂ ਹਨ, ਬੱਚਿਆਂ ਨੂੰ, ਅਤੇ ਇਸ ਪ੍ਰਕਾਰ ਨਾਲ ਉਹਨਾਂ ਦਾ ਜੋ ਚੁਗਿਆ ਹੋਇਆ ਚੋਗਾ ਉਹਨਾਂ ਦੇ ਬੱਚਿਆਂ ਤੱਕ ਪਹੁੰਚ ਜਾਂਦਾ ਹੈ। ਇਸ ਪ੍ਰਕਾਰ ਨਾਲ ਪਰਮੇਸ਼ਰ ਨੇ ਉਹਨਾਂ ਦੇ ਬੱਚਿਆਂ ਦਾ ਪ੍ਰਬੰਧ ਕੀਤਾ ਹੈ ਰਿਜ਼ਕ ਦਾ। ਅਤੇ ਜੀਵ ਤੂੰ ਕਿਉਂ ਡਰ ਰਿਹਾ ਹੈ, ਕਾਹੇ ਮਨ ਭਉ ਕਰਿਆ, ਤੇਰਾ ਜੋ ਰਿਜ਼ਕ ਹੈ ਉਹ ਵੀ ਪਰਮੇਸ਼ਰ ਨੇ ਪ੍ਰਬੰਧ ਕੀਤਾ ਹੋਇਆ ਹੈ ਤੇਰੇ ਰਿਜ਼ਕ ਦਾ। ਇਸ ਪ੍ਰਕਾਰ ਨਾਲ ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਕਬੀਰ ਸਾਹਿਬ ਫਰਮਾਉਂਦੇ ਹਨ, ਕਬੀਰ ਚੁਗ ਹੈ ਚਿਤਾਰੈ ਭੀ ਚੁਗੈ, ਚੁਗ ਚੁਗ ਚਿਤਾਰੇ, ਜੈਸੇ ਬਚ ਰਹਿ ਕੂੰਜ ਮਨ ਮਾਇਆ ਮਮਤਾਰੇ। ਕਿ ਜਿਸ ਪ੍ਰਕਾਰ ਨਾਲ ਜੋ ਕੂੰਜ ਹੈ ਉਹ ਚੁਗਦੀ ਹੈ ਅਤੇ ਆਪਣੇ ਬੱਚਿਆਂ ਨੂੰ ਯਾਦ ਕਰਦੀ ਹੈ, ਰਿਜ਼ਕ ਉਹਨਾਂ ਤੱਕ ਪਹੁੰਚ ਜਾਂਦਾ ਹੈ। ਇਸੇ ਪ੍ਰਕਾਰ ਨਾਲ ਹੇ ਜੀਵ, ਜੋ ਪਰਮੇਸ਼ਰ ਹੈ ਉਹ ਰਿਜ਼ਕ ਤੇਰੇ ਤੱਕ ਵੀ ਅਪੜਾਵੇਗਾ। ਸਭ ਨਿਧਾਨ 10 ਅਸ਼ਟ ਸਿਧਾਨ, ਸਭ ਨਿਧਾਨ, ਜੋ ਸਾਰੇ ਹੀ 9 ਨਿਧੀਆਂ, ਸਾਰੇ ਨਿਧਾਨ ਖਜ਼ਾਨੇ ਹਨ, ਤੇ 10 ਅਸ਼ਟ ਸਿਧਾਨ, 10 ਤੇ 8 18 ਸਿੱਧੀਆਂ ਜੋ ਹਨ, ਕਹਿਣ ਤੋਂ ਭਾਵ ਜੋ ਸਾਰੇ ਖਜ਼ਾਨੇ, ਸਾਰੀਆਂ ਰਿਧੀਆਂ ਸਿੱਧੀਆਂ ਹਨ। ਠਾਕੁਰ ਕਰ ਤਲ ਧਰਿਆ, ਉਸ ਪਰਮੇਸ਼ਰ ਨੇ ਆਪਣੀ ਤਲੀ ਤੇ ਰੱਖ ਕੇ ਰੱਖੀਆਂ ਹਨ। ਇਹ ਨਹੀਂ ਕਿ ਜੇਬ ਚੋਂ ਕੱਢਣੀਆਂ ਪੈਣ, ਕਿਸੇ ਪ੍ਰਕਾਰ ਨਾਲ ਵੀ ਤਲੀ ਤੇ ਰੱਖੀਆਂ ਹਨ। ਜਿਸ ਸਮੇਂ ਮੇਰੇ ਸੇਵਕ ਨੂੰ, ਜੋ ਸਤ ਸੰਗਤ ਕਰਦੇ ਹਨ, ਸਿੱਖ ਨੂੰ ਲੋੜ ਹੋਵੇਗੀ, ਉਸੇ ਸਮੇਂ ਤਤਕਾਲ ਹੀ ਮੈਂ ਉਹਨਾਂ ਨੂੰ ਦੇ ਕਰਕੇ ਉਹਨਾਂ ਨੂੰ ਨਿਵਾਜਾਂਗਾ, ਕਿ ਮੈਥੋਂ ਕੋਈ ਸਮਾਂ ਨਾ ਲੱਗ ਜਾਵੇ, ਦੇਰੀ ਨਾ ਲੱਗ ਜਾਵੇ। ਇਸ ਕਰਕੇ ਸਤਿਗੁਰਾਂ ਨੇ ਤਲੀ ਤੇ ਹੀ ਰੱਖ ਕੇ ਰੱਖੀਆਂ ਹਨ। ਇਸੇ ਪ੍ਰਕਾਰ ਨਾਲ ਠਾਕੁਰ ਕਰ ਤਲ ਧਰਿਆ, ਕਿ ਠਾਕੁਰ ਨੇ, ਪਰਮੇਸ਼ਰ ਨੇ ਸਾਰੇ ਖਜ਼ਾਨੇ ਹਨ, ਸਾਰੀਆਂ 9 ਨਿਧੀਆਂ, 18 ਸਿੱਧੀਆਂ ਹਨ, ਉਹ ਆਪਣੇ ਸੇਵਕਾਂ ਦੇ ਤਲੀ ਤੇ ਰੱਖ ਦਿੱਤੀਆਂ ਹਨ, ਕਿ ਜਿਸ ਸਮੇਂ ਚਾਹੇ ਤੂੰ ਉਹਨਾਂ ਨੂੰ ਵਰਤ ਲਵੀਂ। ਇਸ ਪ੍ਰਕਾਰ ਪਰਮੇਸ਼ਰ ਕਿਰਪਾ ਕਰਦੇ ਹਨ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਐਸੇ ਗੁਣਾਂ ਵਾਲੇ ਉਸ ਪਰਮੇਸ਼ਰ ਦੇ ਜਨ ਨਾਨਕ, ਸਤਿਗੁਰੂ ਨਾਨਕ ਦੇਵ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਰੂਪ ਦੇ ਅੰਦਰ ਫਰਮਾਉਂਦੇ ਹਨ, 5ਵੇਂ ਪਾਤਸ਼ਾਹ ਦੇ ਸਰੂਪ ਅੰਦਰ, ਬਲ ਬਲ ਸਦ ਬਲ ਜਾਈਐ। ਤ੍ਰੈ ਕਾਲ ਦੇ ਅੰਦਰ, ਬੀਤ ਚੁੱਕੇ ਸਮੇਂ ਅੰਦਰ, ਹੁਣ ਵੀ ਅਤੇ ਆਉਣ ਵਾਲੇ ਸਮੇਂ 'ਚ ਵੀ ਉਸ ਪਰਮੇਸ਼ਰ ਤੋਂ ਬਲਿਹਾਰਨੇ ਹੀ ਜਾਣਾ ਚਾਹੀਦਾ ਹੈ। ਮੈਂ ਬਲਿਹਾਰਨੇ ਜਾਂਦਾ ਹਾਂ ਐਸੇ ਗੁਣਾਂ ਵਾਲੇ ਪਰਮੇਸ਼ਰ ਦੇ ਅੰਦਰ, ਜਿਸ ਨੇ ਸਾਰੇ ਜੀਵਾਂ ਨੂੰ ਰਿਜ਼ਕ ਆਪ ਅਪਣਾਉਣ ਦੇ ਆਹਰ ਵਿੱਚ ਜੋ ਪਰਮੇਸ਼ਰ ਉਹ ਲੱਗਾ ਹੋਇਆ ਹੈ। ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਅੰਤ ਹੈ ਪਰਮੇਸ਼ਰ, ਤੇਰਾ ਉਰਲਾ ਅਤੇ ਪਾਰਲਾ ਬੰਨਾ, ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਕਿਸੇ ਨੇ ਨਹੀਂ ਪਾਇਆ ਹੈ ਪਰਮੇਸ਼ਰ ਤੇਰਾ ਅੰਤ। ਕਿਉਂਕਿ ਜਿਸ ਪ੍ਰਕਾਰ ਆਪਾਂ ਸਾਖੀ ਸਰਵਣ ਕੀਤੀ ਸੀ ਨਾ ਪਿਛਲੇ ਦੀਵਾਨਾਂ ਅੰਦਰ, ਕਿ ਜੋ ਮੂਸਾ ਪੈਗੰਬਰ ਹੋਇਆ ਹੈ, ਉਸ ਨੇ ਖੁਦਾ ਨੂੰ ਕਿਹਾ ਸੀ ਕਿ ਰਿਜ਼ਕ ਦੇਣ ਦੀ ਡਿਊਟੀ ਮੇਰੀ ਲਾ ਦੇਵੇ, ਤਾਂ ਜਿਸ ਸਮੇਂ ਉਸ ਦੀ ਡਿਊਟੀ ਲਾਈ ਸੀ ਤਾਂ ਉਸ ਨੇ ਇੱਕ ਜੀਵ ਨੂੰ ਨੀਚ ਕਰਮ ਜਾਣਦੇ ਹੋਏ, ਮੰਦ ਕਰਮੀ ਜਾਣਦੇ ਹੋਏ ਉਸ ਨੂੰ ਰਿਜ਼ਕ ਨਹੀਂ ਸੀ ਦਿੱਤਾ। ਤਾਂ ਖੁਦਾ ਨੇ ਕਿਹਾ ਸੀ ਕਿ ਵੀ ਇਸ ਦਾ ਰਿਜ਼ਕ ਨਹੀਂ ਤੂੰ ਰੋਕਣਾ ਸੀ, ਇਹ ਤਾਂ ਰਿਜ਼ਕ ਤੂੰ ਦੇਣਾ ਹੀ ਸੀਗਾ। ਜੋ ਇਸ ਕਰਮਾਂ ਦਾ, ਇਹਦੇ ਕਰਮਾਂ ਦਾ ਫਲ ਹੈ, ਉਹ ਪਰਮੇਸ਼ਰ ਉਸ ਨੂੰ ਆਪ ਦੇਵੇਗਾ, ਆਪ ਉਸ ਨੂੰ ਉਹਦੇ ਕਰਮਾਂ ਦੀ ਸਜ਼ਾ ਫਲ ਦੇਵੇਗਾ, ਪਰ ਜੋ ਇਹਦਾ ਰਿਜ਼ਕ ਹੈ ਤੂੰ ਨਹੀਂ ਸੀ ਰੋਕਣਾ। ਇਸੇ ਪ੍ਰਕਾਰ ਜੋ ਪਰਮੇਸ਼ਰ ਹੈ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦਹਿ, ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਸੁੰਦਰ ਸ੍ਰੀ ਪਦਮਾ ਪਤ ਲੇ ਹੈ। ਜੋ ਐਸਾ ਪਰਮੇਸ਼ਰ ਹੈ, ਮਾਇਆ ਦਾ ਪਤੀ ਹੈ, ਜੋ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਉਹ ਹੀ ਤੈਨੂੰ ਰਿਜ਼ਕ ਦੇਵੇਗਾ। ਉਹ ਤੇਰੀ ਸਾਰ ਲੈ ਰਿਹਾ ਹੈ। ਤੇਰੇ ਜੰਮਣ ਤੋਂ ਪਹਿਲਾਂ ਤੇਰਾ ਰਿਜ਼ਕ ਪਰਮੇਸ਼ਰ ਨੇ ਤੇਰੇ ਅੱਗੇ ਕਰਕੇ ਧਰ ਦਿੱਤਾ ਹੈ। ਇਸ ਪ੍ਰਕਾਰ ਨਾਲ ਤੂੰ ਚਿੰਤਾ ਤੌਖਲੇ ਛੱਡ ਦੇ। ਆਪਣੇ ਮਨ ਦੇ ਅੰਦਰ ਜੋ ਵਿਚਾਰਾਂ ਹਨ ਕਿ ਮੈਂ ਉਦਮ ਕਰਕੇ ਰਿਜ਼ਕ ਪੈਦਾ ਕਰਕੇ ਤਾਂ ਆਪਣੇ ਬੱਚੇ ਪਾਲਣੇ ਹਨ, ਜੋ ਉਹ ਇਸ ਕਾਰਜ ਦੇ ਅੰਦਰ ਜੋ ਪਰਮੇਸ਼ਰ ਆਪ ਲੱਗਾ ਹੋਇਆ, ਤੇ ਇਹ ਤੂੰ ਅਹੰਕਾਰ ਨਾ ਕਰਕੇ ਮੈਂ ਆਪਦੇ ਪਰਿਵਾਰ ਨੂੰ ਪਾਲ ਰਿਹਾ ਹਾਂ, ਮੈਂ ਆਪਦੇ ਪਰਿਵਾਰ ਨੂੰ ਰੋਜ਼ੀ ਦੇ ਰਿਹਾ ਹਾਂ, ਕੋਈ ਨਾ ਕਿਸ ਕੀ ਧਰਿਆ, ਕੋਈ ਕਿਸੇ ਦਾ ਦਿੱਤਾ ਹੋਇਆ ਨਹੀਂ ਖਾਂਦਾ। ਜਿਸ ਪ੍ਰਕਾਰ ਨਾਲ ਆਪਾਂ ਗੁਰਸਿੱਖਾਂ ਦੀ ਸੇਵਾ ਕਰਦੇ ਹਾਂ, ਉਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਉਣੇ ਹਾਂ, ਤੇ ਲੰਗਰ ਪ੍ਰਸ਼ਾਦਾ ਛਕ ਕੇ ਜੋ ਸਤਿਗੁਰਾਂ ਦੇ ਸਿੱਖ ਅਰਦਾਸ ਕਰਦੇ ਹਨ ਨਾ, ਕਿ ਸਤਿਗੁਰੂ ਅੰਨ ਪਾਣੀ ਆਪ ਦਾ, ਟਹਿਲ ਸੇਵਾ ਆਪ ਦੇ ਸਿੱਖਾਂ ਦੀ, ਛਕਦੇ ਛਕਾਉਂਦੇ ਆਪ ਜੀ ਦਾ ਪਵਿੱਤਰ ਨਾਮ ਚਿੱਤ ਆਵੇ। ਕਿ ਜੋ ਅੰਨ ਪਾਣੀ ਹੈ ਸਤਿਗੁਰੂ ਤੁਹਾਡਾ ਹੈ,
ਤੁਸੀਂ ਸਿੱਖਾਂ ਨੂੰ ਦਿੱਤਾ ਹੈ ਅਤੇ ਜੋ ਹੁਣ ਸਿੱਖਾਂ ਨੇ ਬਣਾ ਕਰਕੇ ਤਿਆਰ ਕਰਕੇ ਅਤੇ ਛਕਾਉਣ ਦੀ ਸੇਵਾ ਕੀਤੀ ਹੈ, ਕੇਵਲ ਇਹ ਜੋ ਸੇਵਾ ਹੀ ਸਿੱਖਾਂ ਦੀ ਹੈ, ਇਹ ਜੋ ਅੰਨ ਪਾਣੀ ਇਹਨਾਂ ਨੇ ਤਿਆਰ ਕੀਤਾ, ਇਹ ਪਰਮੇਸ਼ਰ ਤੁਹਾਡਾ ਹੈ, ਇਹਨਾਂ ਦਾ ਕੁਛ ਨਹੀਂ। ਇਸ ਪ੍ਰਕਾਰ ਨਾਲ ਸਾਨੂੰ ਇਹ ਮਨ 'ਚ ਨਹੀਂ ਕਰਨਾ ਚਾਹੀਦਾ ਕਿ ਮੈਂ ਹੀ ਰਿਜ਼ਕ ਦੇ ਕਰਕੇ ਤੇ ਮੈਂ ਛਕਾ ਰਿਹਾ ਹਾਂ ਜਾਂ ਮੈਂ ਕਿਸੇ ਨੂੰ ਦੇ ਰਿਹਾ ਹਾਂ। ਇਹ ਤਾਂ ਪਰਮੇਸ਼ਰ ਦਾ ਹੈ, ਸਿੱਖਾਂ ਦੀ ਤਾਂ ਕੇਵਲ ਸੇਵਾ ਹੀ ਹੁੰਦੀ ਹੈ। ਇਸ ਪ੍ਰਕਾਰ ਨਾਲ ਸਾਧ ਸੰਗਤ ਅੱਜ ਦੇ ਸ਼ਬਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਹ ਪਵਿੱਤਰ ਬਚਨ ਕਰ ਰਹੇ ਹਨ ਕਿ ਸਾਨੂੰ ਉਦਮ ਕਰਨਾ ਚਾਹੀਦਾ ਹੈ ਰਿਜ਼ਕ ਵਾਸਤੇ, ਪਰ ਜਿਸ ਸਮੇਂ ਸਿਮਰਨ ਬੰਦਗੀ ਕਰਨੀ ਹੈ ਉਸ ਸਮੇਂ ਆਪਣੇ ਮਨ 'ਚ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਸਾਡਾ ਕੀ ਬਣੇਗਾ ਅੱਗੇ ਚੱਲ ਕੇ। ਉਹ ਪਰਮੇਸ਼ਰ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ। ਪੱਥਰਾਂ ਦੇ ਵਿੱਚ ਵੀ ਜੀਵ ਪੈਦਾ ਕੀਤੇ, ਉਹਨਾਂ ਨੂੰ ਵੀ ਰਿਜ਼ਕ ਦਿੰਦਾ ਹੈ। ਸਾਰੇ ਜੀਵਾਂ ਨੂੰ ਇਸ ਪ੍ਰਕਾਰ ਨਾਲ ਜੋ ਪਰਮੇਸ਼ਰ ਬੇਅੰਤ ਹੈ, ਸਭ ਨਿਧਾਨ 10 ਅਸ਼ਟ ਸਿਧਾਨ ਸਾਰੀਆਂ ਰਿਧੀਆਂ ਸੀਗੀਆਂ ਉਸਨੇ ਆਪਣੀ ਤਲੀ ਤੇ ਰੱਖੀਆਂ ਹਨ ਅਤੇ ਆਪਣੇ ਸਿੱਖਾਂ ਸੇਵਕਾਂ ਦੇਣ ਵਾਸਤੇ ਉਹ ਪਰਮੇਸ਼ਰ ਕਾਹਲਾ ਹੈ। ਆਪਾਂ ਉਹਨਾਂ ਨੂੰ ਪ੍ਰਾਪਤ ਕਰਨ ਜੋਗੇ ਹੋਈਏ, ਉਹਨਾਂ ਦੀ ਬਖਸ਼ਿਸ਼ ਦੇ ਪਾਤਰ ਬਣੀਏ। ਸਤਿਗੁਰਾਂ ਦੀ ਗੁਰਦੁਆਰਾ ਸਾਹਿਬ ਖਿਆਨ ਕਰਕੇ ਕਥਾ ਵਿਚਾਰਾ ਸਰਵਣ ਕਰਿਆ ਕਰੀਏ, ਕਿਉਂਕਿ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ। ਜਿੱਥੇ ਆਣ ਕਰਕੇ ਹੀ ਜੋ ਹਰੀ ਪਰਮੇਸ਼ਰ ਦਾ ਰਸ ਹੈ, ਉਸ ਦਾ ਗਿਆਨ ਹੈ ਪ੍ਰਾਪਤ ਹੋਵੇਗਾ। ਸਤ ਸੰਗਤ ਵਿੱਚ ਜੁੜਿਆ ਕਰੀਏ। ਇਸੇ ਪ੍ਰਕਾਰ ਨਾਲ ਸਤਿਗੁਰੂ ਅੱਜ ਦੇ ਇਸ ਬਚਨ ਅੰਦਰ ਫਰਮਾਉਂਦੇ ਹਨ। ਜੋ ਅਗਲਾ ਬਚਨ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਜੋ ਉਸ ਪਰਮੇਸ਼ਰ ਦੀ ਵਡਿਆਈ ਦੇ ਅੰਦਰ ਸਤਿਗੁਰਾਂ ਨੇ ਪਰਮੇਸ਼ਰ ਨੂੰ ਸੰਬੋਧਨ ਕਰਕੇ ਇਹ ਬਚਨ ਕੀਤਾ ਸੀ, ਉਹ ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕਰਾਂਗੇ। ਸੋ ਕਥਾ ਵਿਚਾਰਾਂ ਕਰਦਿਆਂ, ਗੁਰਬਾਣੀ ਪੜ੍ਹਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਬਖਸ਼ਣਹਾਰ ਹਨ, ਸਤਿਗੁਰੂ ਬਖਸ਼ ਲੈਣ। ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਖਿਮਾ ਕਰ ਦੇਣੀ। ਇਸੇ ਪ੍ਰਕਾਰ ਨਾਲ ਜੋ ਆਖਰੀ ਪੰਕਤੀਆਂ ਪੜ੍ਹ ਕੇ ਸਾਰੀ ਹੀ ਸਮਾਪਤੀ ਹੈ ਜੀ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ ਹੈ ਭੀ ਹੋਵਨ ਹਾਰ। ਹੈ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮਦਾਨ ਰਾਖੋ ਹਿਐ ਪਰੋਇ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Oh,